ਵੈਲਕਮ ਸਤਿ ਸ਼੍ਰੀ ਅਕਾਲ ਜੀ। ਮੈਂ ਹਾਂ ਹਰਜੋਤ ਕੌਰ ਹਾਜ਼ਰ ਹਾਂ ਜੀ ਲੈ ਕੇ ਤੁਹਾਡਾ ਆਪਣਾ ਮਨਪਸੰਦ ਇਮੀਗ੍ਰੇਸ਼ਨ ਸ਼ੋਅ ਉਡਾਰੀ ਵਿਦੇਸ਼ਾਂ ਨੂੰ। ਜੀ ਹਾਂ, ਸੋ ਤੁਹਾਡੇ ਹਰ ਵਾਰ ਦੀ ਤਰ੍ਹਾਂ ਸਵਾਲ ਜਿਵੇਂ ਸਾਡੇ ਕੋਲ ਪਹੁੰਚਦੇ ਰਹਿੰਦੇ ਨੇ ਤੇ ਤੁਹਾਡੇ ਸਵਾਲਾਂ ਦੇ ਜਵਾਬ ਲੈ ਕੇ ਅਸੀਂ ਹਾਜ਼ਰ ਹੋ ਜਾਂਦੇ ਹਾਂ। ਸੋ ਆਸਟ੍ਰੇਲੀਆ, ਕੈਨੇਡਾ ਤੇ ਯੂਕੇ ਬਾਰੇ ਖਾਸ ਤੌਰ ਤੇ ਚਰਚਾ ਕਰਾਂਗੇ। ਉਹ ਸਾਰੇ ਮੁੱਦਿਆਂ ਨੂੰ ਅਸੀਂ ਛੇੜਾਂਗੇ ਜ਼ਰੂਰ ਜੋ ਤੁਹਾਡੇ ਵਿਦੇਸ਼ ਜਾਣ ਦੇ ਸੁਪਨੇ ਨੂੰ ਸਾਕਾਰ ਕਰਨ ਵਿੱਚ ਅਹਿਮ ਰੋਲ ਅਦਾ ਕਰਦੇ ਨੇ। ਤੇ ਅੱਜ ਦੀ ਡਿਸਕਸ਼ਨ ਦੇ ਲਈ ਅਸੀਂ ਸਟੂਡੀਓ ਵਿੱਚ ਇਨਵਾਈਟ ਕੀਤਾ ਹੈ ਜੀ ਓਮ ਗਲੋਬਲ ਤੋਂ ਵੀਜ਼ਾ ਐਕਸਪਰਟ ਮਿਸਟਰ ਰਿੱਕੀ ਸੰਧੂ ਨੂੰ। ਬਹੁਤ ਬਹੁਤ ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ ਰਿੱਕੀ ਜੀ, ਸਭ ਤੋਂ ਪਹਿਲਾਂ ਤਾਂ ਆਸਟ੍ਰੇਲੀਆ ਬਾਰੇ ਹੀ ਗੱਲ ਕਰਨੀ ਬਣਦੀ ਹੈ ਕਿਉਂਕਿ ਅਸੀਂ ਸਾਰੇ ਜਾਣਦੇ ਹਾਂ ਕਿ ਜਿਵੇਂ ਜਿਵੇਂ ਕਮਿੰਗ ਇਨਟੇਕਸ ਨਜ਼ਦੀਕ ਆਉਂਦੇ ਜਾ ਰਹੇ ਨੇ ਤੇ ਸਟੂਡੈਂਟਸ ਨੂੰ ਵੀ ਬਹੁਤ ਜਲਦੀ ਹੈ ਕਿ ਕਿਵੇਂ ਫਟਾਫਟ ਅਸੀਂ ਆਸਟ੍ਰੇਲੀਆ ਲਈ ਅਪਲਾਈ ਕਰ ਦਈਏ ਤੇ ਸਾਡਾ ਵੀਜ਼ਾ ਆ ਜਾਏ। ਸਭ ਤੋਂ ਖਾਸ ਕਿਹੜੀ ਚੀਜ਼ ਵੱਲ ਧਿਆਨ ਦੇਣਾ ਅਕਸਰ ਸਟੂਡੈਂਟ ਭੁੱਲ ਜਾਂਦੇ ਨੇ ਜਿੱਥੇ ਉਹਨਾਂ ਨੂੰ ਧਿਆਨ ਦੇਣਾ ਚਾਹੀਦਾ ਤਾਂ ਕਿ ਸਕਸੈਸਫੁਲੀ ਉਹਨਾਂ ਦਾ ਵੀਜ਼ਾ ਆਵੇ? ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਮੰਚ ਤੇ ਦੇਖਣ ਵਾਲੇ ਜਿੰਨੇ ਵੀ ਦਰਸ਼ਕ ਨੇ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਅੱਜ ਗੱਲ ਕਰਦੇ ਹਾਂ ਆਸਟ੍ਰੇਲੀਆ ਦੀ। ਹਰ ਪਾਸੇ ਮਾਰਕੀਟ ਦੇ ਵਿੱਚ ਚਰਚਾ ਹੈ ਜੀ ਆਸਟ੍ਰੇਲੀਆ ਵੀਜ਼ਾ। ਹਰ ਇੱਕ ਏਜੰਟ, ਹਰ ਇੱਕ ਕੰਸਲਟੈਂਟ ਆਸਟ੍ਰੇਲੀਆ ਨੂੰ ਲੈ ਕੇ ਪ੍ਰਮੋਸ਼ਨ ਕਰ ਰਿਹਾ ਤੇ ਸਟੂਡੈਂਟ ਦਾ ਲੈ ਕੇ ਵੀ ਕਾਫੀ ਦੇਖਿਆ ਜਾਏ। ਜਦੋਂ ਦਾ ਬਾਰਡਰ ਰੀਓਪਨ ਹੋਇਆ ਸਾਰਿਆਂ ਦਾ ਰੁਝਾਨ ਆ ਆਸਟ੍ਰੇਲੀਆ ਨੂੰ ਲੈ ਕੇ। ਕਲੀਅਰ ਕੱਟ ਜਿਹੜੀ ਪਿਛਲੇ ਸ਼ੋਜ਼ ਦੇ ਵਿੱਚ ਵੀ ਮੈਂ ਗੱਲ ਕੀਤੀ ਸੀ ਕਿ ਚੰਗੇ ਐਪਲੀਕੈਂਟਸ ਜਿਹੜੇ ਹੈਗੇ ਜਿਨ੍ਹਾਂ ਦਾ ਗੈਪ ਨਹੀਂ ਹੈ ਜ਼ਿਆਦਾ, +2 2021 ਪਾਸ ਆਊਟ ਸਟੂਡੈਂਟ ਹੈਗਾ ਆ, 6 ਬੈਂਡਸ ਹੈਗੇ ਆ ਤੇ ਉਹ ਐਪਲੀਕੈਂਟਸ ਜਿਹੜੇ ਆ ਅਪਲਾਈ ਕਰ ਸਕਦੇ ਆ। ਪਰਸੈਂਟੇਜ ਮੋਰ ਦੈਨ 60% ਰਿਕੁਆਇਰ ਰਹਿੰਦੀ ਹੈ। ਗ੍ਰੈਜੂਏਟ ਐਪਲੀਕੈਂਟਸ ਜਿਹੜੇ ਹੈਗੇ ਆ 6.5 ਬੈਂਡ ਦੇ ਨਾਲ ਐਪਲੀਕੇਸ਼ਨ ਨੂੰ ਕਰ ਸਕਦੇ। 5 ਤੋਂ 7 ਸਾਲ ਤੱਕ ਦਾ ਗੈਪ ਐਕਸੈਪਟੇਬਲ ਹੈਗਾ, ਬਟ ਉਹਦੀ ਨੀਡ ਹੈ ਜਸਟੀਫਿਕੇਸ਼ਨ ਦੀ। ਅਗਰ ਤੁਸੀਂ ਉਸ ਚੀਜ਼ ਦੇ ਵਿੱਚ ਕੋਈ ਐਕਸਪੀਰੀਅੰਸ ਹੈ, ਕੋਈ ਚੀਜ਼ ਕੀਤੀ ਹੋਈ ਹੈ, ਉਹ ਜਸਟੀਫਿਕੇਸ਼ਨ ਚੱਲ ਜਾਏਗੀ ਤੇ ਉਹਦੇ ਨਾਲ ਐਪਲੀਕੇਸ਼ਨ ਅਪਲਾਈ ਕਰ ਸਕਦੇ। ਗ੍ਰੈਜੂਏਟ ਐਪਲੀਕੇਸ਼ਨਸ ਲਈ ਐਡਵਾਂਟੇਜ ਇੱਕ ਇਹ ਹੈਗੀ ਕਿ ਸਪਾਊਸ ਵੀ ਨਾਲ ਐਪਲੀਕੇਸ਼ਨ ਦੇ ਵਿੱਚ ਅਪਲਾਈ ਕਰ ਸਕਦਾ। ਜੀ 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 ਬਿਲਕੁਲ। ਸੋ ਕਾਫੀ ਜੋ ਹੈ ਪਲੱਸ ਪੁਆਇੰਟ ਜਾਂ ਅਸੀਂ ਕਹਿ ਸਕਦੇ ਹਾਂ ਬੈਨੀਫਿਟਸ ਰਹਿੰਦੇ ਨੇ ਆਸਟ੍ਰੇਲੀਆ ਲਈ ਕਿਉਂਕਿ ਅਸੀਂ ਜਿੱਥੇ ਦੇਖਦੇ ਹਾਂ ਪਹਿਲਾਂ ਕੈਨੇਡਾ ਵਿੱਚ ਕਈ ਵਾਰ ਰਿਫਿਊਜ਼ਲ ਲੈ ਚੁੱਕੇ ਸਟੂਡੈਂਟਸ ਨੂੰ ਹੋਰ ਕੋਈ ਮੌਕਾ ਨਹੀਂ ਮਿਲ ਰਿਹਾ ਸੀ, ਕੋਈ ਵਧੀਆ ਆਪਸ਼ਨ। ਤਾਂ ਅੱਜ ਦੇ ਸਮੇਂ ਵਿੱਚ ਆਸਟ੍ਰੇਲੀਆ ਇੱਕ ਬਹੁਤ ਹੀ ਅੱਛੀ ਆਪਸ਼ਨ ਹੈ, ਚਾਹੇ ਕਿ ਤੁਸੀਂ ਸਪਾਊਸ ਵੀਜ਼ਾ ਲਗਾਉਣਾ, ਚਾਹੇ ਕਿ ਪਹਿਲਾਂ ਤੁਸੀਂ ਕੈਨੇਡਾ ਤੋਂ ਰਿਫਿਊਜ਼ ਹੋ ਗਏ ਹੋ। ਅਗਰ ਅਸੀਂ ਫੰਡਸ ਦੀ ਵੀ ਗੱਲ ਕਰੀਏ ਜਾਂ ਕੰਪੈਰੀਜ਼ਨ ਥੋੜਾ ਕਰਨ ਦੀ ਕੋਸ਼ਿਸ਼ ਕਰੀਏ ਕੈਨੇਡਾ ਦੇ ਨਾਲ ਤਾਂ ਮੈਂ ਕੋਸ਼ਿਸ਼ ਕਰਾਂਗੀ ਕਿ ਆਪਾਂ ਹਰ ਇੱਕ ਚੀਜ਼ ਦਾ ਥੋੜਾ ਕੰਪੈਰੀਜ਼ਨ ਕਰੀਏ ਨਾਲ ਤਾਂ ਕਿ ਦਰਸ਼ਕ ਸਾਡੇ ਜਿੰਨੇ ਵੀ ਨੇ ਉਹ ਸਮਝ ਸਕਣ। ਸੋ ਲਗਾਤਾਰ ਜੋ ਹੈ ਕਾਲਰਸ ਵੀ ਸਾਡੇ ਨਾਲ ਜੁੜਨੇ ਸ਼ੁਰੂ ਹੋ ਚੁੱਕੇ ਨੇ, ਪਰ ਮੈਂ ਚਾਹੂੰਗੀ ਕਿ ਪਹਿਲਾਂ ਆਪਾਂ ਇੱਕ ਸਵਾਲ ਜੋ ਹੈ ਕਲੀਅਰ ਕਰ ਸਕੀਏ ਕਿ ਅਗਰ ਆਪਾਂ ਫੰਡਸ ਦੇ ਅਕੋਰਡਿੰਗਲੀ ਦੇਖੀਏ ਤਾਂ ਆਸਟ੍ਰੇਲੀਆ ਲਈ ਕਿੰਨੇ ਕੁ ਫੰਡ ਜ਼ਰੂਰੀ ਨੇ ਔਰ ਕਿਹੜਾ ਸੋਰਸ ਹੋਣਾ ਬਹੁਤ ਜ਼ਰੂਰੀ ਹੈ? ਦੇਖੋ, ਗੱਲ ਕਰਦੇ ਹੋ ਕੰਟਰੀ ਟੂ ਕੰਟਰੀ ਵੇਰੀ ਕਰਦਾ ਹੈ ਚੀਜ਼। ਅਗਰ ਆਪਾਂ ਗੱਲ ਕਰਦੇ ਹਾਂ ਕੈਨੇਡਾ ਦੀ, ਕੈਨੇਡਾ ਦੇ ਵਿੱਚ ਕੀ ਹੈਗਾ ਕਿ ਤੁਹਾਡੀ 1 ਸਾਲ ਦੀ ਫੀਸ ਔਰ 1 ਸਾਲ ਦੇ ਤੁਹਾਡੇ ਲਿਵਿੰਗ ਐਕਸਪੈਂਸਿਸ ਆ ਜਿਹਨੂੰ ਆਪਾਂ ਜੀਆਈਸੀ ਕਹਿੰਦੇ ਤੁਸੀਂ ਟ੍ਰਾਂਸਫਰ ਕਰ ਦਿੰਦੇ ਹੋ। ਆਸਟ੍ਰੇਲੀਆ 'ਚ ਐਸਾ ਕੁਝ ਨਹੀਂ ਹੈਗਾ। ਆਸਟ੍ਰੇਲੀਆ ਕਹਿੰਦਾ ਕਿ 1 ਸਾਲ ਦੀ ਫੀਸ ਔਰ 1 ਸਾਲ ਦੇ ਲਿਵਿੰਗ ਐਕਸਪੈਂਸਿਸ ਦਾ ਤੁਸੀਂ ਮੈਨੂੰ ਸ਼ੋਅ ਕਰੋ ਜਿੰਨੀ ਤੁਸੀਂ ਫੀਸ ਟ੍ਰਾਂਸਫਰ ਕਰਦੇ ਹੋ। ਐਗਜ਼ਾਮਪਲ ਸਿੰਪਲ ਜਿਹਾ ਕ੍ਰਾਈਟੇਰੀਆ ਦੇ ਵਿੱਚ ਕਈਆਂ ਨੂੰ ਫਾਈਨੈਂਸ਼ੀਅਲਸ ਨੂੰ ਲੈ ਕੇ ਕਾਫੀ ਪ੍ਰੋਬਲਮ ਆਉਂਦੀ ਕਿ ਸਮਝ ਨਹੀਂ ਆਉਂਦੀ ਕਿ ਕਿੱਦਾਂ ਫਾਈਨੈਂਸ਼ੀਅਲਸ ਦਿਖਾਣੇ ਆ। ਐਗਜ਼ਾਮਪਲ ਕੋਈ ਸਟੂਡੈਂਟ ਹੈ ਅਗਰ ਸਾਲ ਦੀ ਫੀਸ ਭਰੇਗਾ ਤਾਂ ਅਗਲਾ 1 ਸਾਲ ਦੇ ਲਿਵਿੰਗ ਐਕਸਪੈਂਸਿਸ ਪਲੱਸ ਮਿਸਲੇਨੀਅਸ 에ਅਰ ਫੇਅਰ ਜਿਹਨੂੰ ਕਹੀਏ ਉਹ ਸ਼ੋਅ ਕਰੇਗਾ। ਅਗਰ ਸਟੂਡੈਂਟ 6 ਮੰਥ ਦੀ ਫੀਸ ਪੇ ਕਰਦਾ ਪਿਆ ਦੈਨ ਉਹਨੂੰ ਰੈਸਟ 6 ਮੰਥ ਦੀ ਫੀਸ ਪਲੱਸ 1 ਈਅਰ ਦੇ ਲਿਵਿੰਗ ਐਕਸਪੈਂਸਿਸ ਪਲੱਸ ਮਿਸਲੇਨੀਅਸ ਸ਼ੋਅ ਕਰਨੇ ਪਊਗੇ। ਇਹ ਉਹਦੇ ਫਾਈਨੈਂਸ਼ੀਅਲਸ ਬੰਦੇ ਨੇ। ਕਈ ਏਜੰਟਸ ਦਾ ਕਾਰੋਬਾਰ ਹੈ ਪੈਕੇजेस ਦੇ ਵਿੱਚ ਇਸ ਚੀਜ਼ ਨੂੰ ਡੀਲ ਕਰਦੇ ਜਾਂ ਸਟੂਡੈਂਟ ਨੂੰ ਗਾਈਡ ਨਹੀਂ ਕਰਦੇ ਕਿ ਤੁਸੀਂ ਫੰਡ ਕਿੱਦਾਂ ਆਪਣੇ ਸ਼ੋਅ ਕਰ ਸਕਦੇ। ਕਈ ਸਟੂਡੈਂਟਸ ਕੋਲ ਹੁੰਦੇ ਬਟ ਉਹਨੂੰ ਦੱਸਿਆ ਨਹੀਂ ਜਾਂਦਾ। ਹੁਣ ਸੋਰਸ ਦੀ ਤੁਸੀਂ ਗੱਲ ਕਰਦੇ ਹੋ, ਸਟੂਡੈਂਟ ਦੇ ਖੁਦ ਦੇ ਆਪਣੇ ਫਾਈਨੈਂਸ਼ੀਅਲਸ ਹੈਗੇ ਆ ਉਹ ਦਿਖਾ ਸਕਦੇ ਹੋ, ਪੇਰੈਂਟਸ ਦੇ ਕੋਲ ਹੈ, ਸਿਬਲਿੰਗਸ ਦੇ ਕੋਲ ਹੈ, ਮਲਟੀਪਲ ਅਕਾਊਂਟਸ ਚੱਲ ਜਾਣਗੇ ਇਨ ਦ ਫਾਰਮ ਆਫ ਸੇਵਿੰਗਸ ਆ, ਫਿਕਸ ਡਿਪੋਜ਼ਿਟ ਆ, ਉਹ ਐਕਸੈਪਟੇਬਲ ਹੈਗੇ ਆ। ਅਗਰ ਕਿਸੇ ਕੋਲ ਪੀਐਫ ਹੈਗਾ ਉਹ ਉਹਨੂੰ ਕਨਵਰਟ ਕਰ ਲੇ ਆਪਣੀ ਸੇਵਿੰਗਸ ਦੇ ਵਿੱਚ ਟ੍ਰਾਂਸਫਰ ਕਰ ਲੈਂਦਾ, ਉਹ ਐਕਸੈਪਟੇਬਲ ਹੈਗਾ, ਚੱਲ ਜਾਊਗੇ। ਰਾਦਰ ਦੈਨ ਇਸ ਤੋਂ ਅਲਟਰਨੇਟ ਅਗਰ ਆਪਾਂ ਦੇਖਦੇ ਹਾਂ ਗ੍ਰੈਂਡ ਪੇਰੈਂਟਸ ਵੀ ਇਹਦੇ ਵਿੱਚ ਸਪੋਰਟ ਕਰ ਸਕਦੇ ਨੇ। ਇਸ ਤਰੀਕੇ ਦੇ ਨਾਲ ਫਾਈਨੈਂਸ਼ੀਅਲਸ ਅਵੇਲੇਬਲ ਹੁੰਦੇ ਤੇ ਸਟੂਡੈਂਟ ਕਰ ਲੈਂਦੇ ਆ, ਬਟ ਕਈ ਆਪਣੇ ਕਾਰੋਬਾਰ ਦੇ ਕਰਕੇ ਸਟੂਡੈਂਟ ਨੂੰ ਗਾਈਡ ਨਹੀਂ ਕਰਦੇ। ਇਹੀ ਕਿਹਾ ਜਾਂਦਾ ਕਿ ਤੁਹਾਡੇ ਨਾਮ ਤੇ ਹੀ ਫੰਡ ਚੱਲੂਗੇ ਤੇ ਉਸ ਚੀਜ਼ ਦੇ ਵਿੱਚ ਲੱਖਾਂ ਰੁਪਏ ਸਟੂਡੈਂਟ ਕੋਲ ਲੈਂਦੇ ਆ ਤੇ ਜਿੱਥੇ ਸਟੂਡੈਂਟ ਵੀ ਇਸ ਚੀਜ਼ ਨੂੰ ਲੈ ਕੇ ਠੱਗੀ ਦਾ ਸ਼ਿਕਾਰ ਹੁੰਦਾ ਜੀ। ਕਿਤੇ ਨਾ ਕਿਤੇ ਰੀਜ਼ਨ ਰਹਿੰਦਾ ਹੈ ਕਿ ਫੰਡ ਜਦੋਂ ਆਪਾਂ ਸਹੀ ਤਰ੍ਹਾਂ ਨਹੀਂ ਸ਼ੋ ਕੀਤੇ ਹੁੰਦੇ ਤਾਂ ਰਿਫਿਊਜ਼ਲ ਦਾ ਰੀਜ਼ਨ ਕੀ ਬਣਦੇ ਨੇ? ਇਹ ਵੀ ਦੇਖੋ, ਰਿਫਿਊਜ਼ਲ ਦਾ ਰੀਜ਼ਨ ਨੋ ਡਾਊਟ ਬਣਦਾ ਜਦੋਂ ਤੁਸੀਂ ਐਪਲੀਕੇਸ਼ਨ ਆਪਣੀ ਅਪਲਾਈ ਕਰਦੇ ਹੋ। ਯੂਨੀਵਰਸਿਟੀਜ਼ ਦਾ ਜਿੱਦਾਂ ਕ੍ਰਾਈਟੇਰੀਆ ਕੋਈ 3 ਮੰਥਸ 올ਡ ਮੰਗਦੇ ਆ, ਕੋਈ 6 ਮੰਥ 올ਡ ਮੰਗਦੇ ਆ। ਹੁਣ ਇੱਕ ਚੀਜ਼ ਆਪਾਂ ਰਿਫਿਊਜ਼ਲ ਦਾ ਰੀਜ਼ਨ ਕਿੱਦਾਂ ਬਣਦਾ ਕਿ ਲਾਸਟ ਮੇਰੇ ਕੋਲ ਇੱਕ ਐਪਲੀਕੇਸ਼ਨ ਆਈ ਸੀ ਕਿਸੇ ABC ਏਜੰਟ ਦੀ। ਉਹ ਦਿਨ ਕਹਿੰਦੇ ਕਿ ਸਰ ਮੇਰੀ ਰਿਫਿਊਜ਼ਲ ਆਈ ਹੈ ਫਾਈਨੈਂਸ਼ੀਅਲਸ ਨੂੰ ਲੈ ਕੇ। 2-3 ਚੀਜ਼ਾਂ ਹੈਗੀਆਂ। ਕਈ ਵਾਰੀ ਕੀ ਕਰਦੇ ਆ ਕਿ ਕਿਸੇ ਦੀ ਫਿਕਸ ਡਿਪੋਜ਼ਿਟ ਦਿਖਾ ਕੇ ਉਹਦੇ ਤੇ ਓਵਰਡਰਾਫਟ ਲਿਮਿਟ ਲੈ ਲਈ। ਐਗਜ਼ਾਮਪਲ ਕਿਸੇ ਨੇ 25 ਲੱਖ ਕਰਾਇਆ, ਉਹਨੂੰ 3 ਲੱਖ ਦੇ ਨਾਲ ਉਹਨੂੰ 22 ਲੱਖ ਨੂੰ ਵਾਪਸ ਆ ਗਿਆ। ਉਸ ਤਰੀਕੇ ਦੇ ਨਾਲ ਕਰਦੇ ਆ, ਉਹ ਨਹੀਂ ਐਕਸੈਪਟੇਬਲ ਹੈਗਾ। ਸੈਕਿੰਡ ਥਿੰਗ ਇਹ ਹੈ ਕਿ ਤੁਹਾਡੇ ਅਕਾਊਂਟ ਦੇ ਵਿੱਚ ਪਹਿਲਾ ਬੈਲੈਂਸ ਨਹੀਂ ਹੈਗਾ, ਤੁਸੀਂ ਦੁਬਾਰਾ ਦਿਖਾਉਂਦੇ ਹੋ, ਇਕੱਠਾ ਪੈਸਾ ਪੈਂਦਾ, ਉਹਦਾ ਸੋਰਸ ਨਹੀਂ ਹੈਗਾ। ਉਸ ਚੀਜ਼ ਦੇ ਉੱਤੇ ਵੀਜ਼ਾ ਆਫਿਸਰ ਰਿਫਿਊਜ਼ ਕਰ ਸਕਦਾ ਐਪਲੀਕੇਸ਼ਨ ਨੂੰ ਕਿ ਪਹਿਲਾਂ ਤੁਹਾਡੇ ਕੋਲ 1-2 ਲੱਖ ਰੁਪਏ ਸੀਗਾ, ਅੱਜ ਐਪਲੀਕੇਸ਼ਨ ਤੁਸੀਂ ਪ੍ਰੋਸੈਸ ਕਰਨਾ ਚਾਹੁੰਦੇ ਹੋ, ਤੁਹਾਡੇ ਕੋਲ 25 ਲੱਖ ਰੁਪਏ ਉਹ ਕਿੱਦਾਂ ਆਇਆ? ਅਗਰ ਉਹਦਾ ਸੋਰਸ ਨਹੀਂ ਦਿਖਾ ਪਾਉਂਦੇ ਉਹ ਕਰਨਾ ਕਰਕੇ ਐਪਲੀਕੇਸ਼ਨ ਰਿਫਿਊਜ਼ ਹੁੰਦੀ ਹੈ ਜੀ। ਸੋ ਆਪਾਂ ਸਾਰੀ ਜੋ ਗੱਲਬਾਤ ਹੈ ਕੰਟੀਨਿਊ ਰੱਖਾਂਗੇ। ਫਿਲਹਾਲ ਸਾਡੇ ਜੋ ਕਾਲਰਸ ਨੇ ਉਹ ਵੀ ਜੁੜਨੇ ਸ਼ੁਰੂ ਹੋ ਚੁੱਕੇ ਨੇ, ਉਹਨਾਂ ਨਾਲ ਗੱਲ ਕਰ ਲੈਂਦੇ ਹਾਂ। ਹੈਲੋ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਕੀ ਨਾਮ ਹੈ, ਕਿਹੜੀ ਜਗ੍ਹਾ ਤੋਂ ਬੋਲ ਰਹੇ ਹੋ? ਹਰਨੇਕ ਸਿੰਘ ਗੱਲ ਕਰਦਾ ਵਾ ਮੈਡਮ, ਲੁਧਿਆਣੇ ਤੋਂ। ਹਾਂਜੀ, ਕੀ ਸਵਾਲ ਹੈ ਤੁਹਾਡਾ? ਆਸਟ੍ਰੇਲੀਆ ਬਾਰੇ ਪੁੱਛਣਾ ਸੀਗਾ ਜੀ। ਓਕੇ, ਆਪਣੀ ਪ੍ਰੋਫਾਈਲ ਦੱਸ ਦਿਓ ਜ਼ਰਾ।
ਮੈਡਮ ਮੈਂ BA ਕੀਤੀ ਹੋਈ 2020 ਦੇ ਵਿੱਚ ਠੀਕ ਹੈ ਤੇ ਬੈਂਡ ਹੈਗੇ 6 ਨੋਟ ਲੈਸ ਦੈਨ 5.5 ਮੇਰੇ। ਠੀਕ ਹੈ ਹਾਂਜੀ ਮੇਰੀ ਕੈਨੇਡਾ ਤੋਂ 4 ਰਿਫਿਊਜ਼ਲ ਆਇਆ। ਓਕੇ 4 ਵਾਰ ਰਿਫਿਊਜ਼ਲ ਹੈ ਕੈਨੇਡਾ ਤੋਂ ਜੀ ਹਾਂਜੀ ਠੀਕ ਹੈ ਆਸਟ੍ਰੇਲੀਆ ਲਈ ਅਪਲਾਈ ਕਰਨਾ ਹੈ ਆਸਟ੍ਰੇਲੀਆ ਲਈ ਅਪਲਾਈ ਕਰਨਾ ਚਾਹੁੰਦੇ ਹੋ 4 ਵਾਰ ਕੈਨੇਡਾ ਤੋਂ ਰਿਫਿਊਜ਼ਲ ਆ ਚੁੱਕੀ ਹੈ। ਫਸਟ ਆਫ ਆਲ ਮੈਂ ਹੀ ਕਈ ਸਟੂਡੈਂਟਸ ਨੂੰ ਕਹਿਣਾ ਕਿ ਐਪਲੀਕੇਸ਼ਨ ਜਿਹੜੇ ਕੈਨੇਡਾ ਲਈ ਅਪਲਾਈ ਕਰਨਾ ਚਾਹੁੰਦੇ 6 ਐਂਡ ਈਚ ਨਾਲ ਐਪਲੀਕੇਸ਼ਨ ਨੂੰ ਅਪਲਾਈ ਕਰੋ, ਉਹਦੇ ਵਿੱਚ ਵੀਜ਼ਾ ਮਿਲਦਾ। ਮੈਨੂੰ ਨਹੀਂ ਪਤਾ ਤੁਹਾਡਾ ਕਿਹੜਾ ਏਜੰਟ ਸੀਗਾ ਔਰ ਕਿੰਨੇ ਤੁਹਾਨੂੰ ਐਡਵਾਈਸ ਦਿੱਤੀ ਹੈ ਕੈਨੇਡਾ ਅਪਲਾਈ ਕਰਨ ਦੇ ਲਈ। ਆਸਟ੍ਰੇਲੀਆ ਦੇ ਵਿੱਚ ਅਗਰ ਤੁਹਾਡੀ ਕੋਈ ਪ੍ਰੈਫਰੈਂਸ ਨਹੀਂ ਹੈਗੀ ਦੈਨ ਆਪਾਂ ਐਪਲੀਕੇਸ਼ਨਸ ਨੂੰ ਕਰ ਸਕਦੇ ਹਾਂ। ਕਈ ਯੂਨੀਵਰਸਿਟੀਜ਼ ਆ ਜਿਨ੍ਹਾਂ ਦੀ ਰਿਕੁਆਇਰਮੈਂਟ 6.5 ਬੈਂਡਸ ਆ ਔਰ ਕਈ ਯੂਨੀਵਰਸਿਟੀਜ਼ ਆ ਜਿਹੜੀ 6 ਬੈਂਡ ਦੇ ਨਾਲ ਐਪਲੀਕੇਸ਼ਨ ਨੂੰ ਐਕਸੈਪਟ ਕਰਦੀਆਂ। ਅਗਰ ਤੁਹਾਡੀ ਕੋਈ ਪ੍ਰੈਫਰੈਂਸ ਨਹੀਂ ਹੈਗੀ ਉਸ ਚੀਜ਼ ਨੂੰ ਲੈ ਕੇ ਦੈਨ ਆਪਾਂ ਆਸਟ੍ਰੇਲੀਆ ਲਈ ਅਪਲਾਈ ਕਰ ਸਕਦੇ। 2020 ਤੋਂ ਬਾਅਦ ਮੈਨੂੰ ਗੈਪ ਦੀ ਜਸਟੀਫਿਕੇਸ਼ਨ ਚਾਹੀਦੀ ਕਿ ਜੈਨੂਨ ਤੁਸੀਂ ਕੀ ਕੀਤਾ ਹੋਇਆ, ਉਹਦੇ ਨਾਲ ਐਪਲੀਕੇਸ਼ਨ ਐਕਸੈਪਟੇਬਲ ਹੈ ਜੀ। ਜੀ ਬਿਲਕੁਲ ਬਾਕੀ ਦਰਸ਼ਕਾਂ ਨੂੰ ਵੀ ਜ਼ਰੂਰ ਕਹਿਣਾ ਚਾਹਾਂਗੇ ਜਿਨ੍ਹਾਂ ਵੀ ਸਟੂਡੈਂਟਸ ਚਾਹੇ ਪੇਰੈਂਟਸ ਨੇ ਕਿ ਤੁਹਾਡੇ ਵੀ ਕੋਈ ਮਨ ਵਿੱਚ ਸਵਾਲ ਹੋਵੇ ਤਾਂ ਲਗਾਤਾਰ ਨੰਬਰ ਡਿਸਪਲੇ ਹੋ ਰਿਹਾ ਇਸ ਉੱਪਰ ਕਾਲ ਕਰਕੇ ਤੁਸੀਂ ਆਪਣੀ ਵੀ ਪ੍ਰੋਫਾਈਲ ਡਿਸਕਸ ਕਰ ਸਕਦੇ ਹੋ। ਤੇ ਜੇਕਰ ਤੁਸੀਂ ਵਿਜ਼ਿਟ ਕਰਨਾ ਚਾਹੋ ਓਮ ਗਲੋਬਲ ਦੇ ਆਫਿਸ ਤਾਂ ਜਲੰਧਰ, ਅੰਮ੍ਰਿਤਸਰ, ਬਠਿੰਡਾ ਤੇ ਚੰਡੀਗੜ੍ਹ ਵਿੱਚ ਇਹਨਾਂ ਦੇ ਆਫਿਸ ਨੇ। ਜਿੱਥੇ ਤੁਹਾਨੂੰ ਨੇੜੇ ਲੱਗੇ ਤੁਸੀਂ ਆਪਣੇ ਡਾਕੂਮੈਂਟਸ ਲੈ ਕੇ ਜ਼ਰੂਰ ਵਿਜ਼ਿਟ ਕਰੋ ਤਾਂ ਕਿ ਸਹੀ ਤਰੀਕੇ ਨਾਲ ਅਸੈਸਮੈਂਟ ਕਰਕੇ ਤੁਹਾਨੂੰ ਗਾਈਡ ਕੀਤਾ ਜਾ ਸਕੇ। ਇਸ ਦੇ ਨਾਲ ਹੀ ਓਮ ਗਲੋਬਲ ਦੇ ਜੋ ਆਫਿਸ ਹੈ ਆਸਟ੍ਰੇਲੀਆ ਔਰ ਕੈਨੇਡਾ ਵਿੱਚ ਵੀ ਨੇ, ਉੱਥੇ ਉਹਨਾਂ ਦੀ ਟੀਮ ਬੈਠੀ ਹੋਈ ਹੈ ਤਾਂ ਕਿ ਜਿਹੜੇ ਸਟੂਡੈਂਟਸ ਇੱਥੋਂ ਪਹੁੰਚਦੇ ਨੇ ਆਸਟ੍ਰੇਲੀਆ ਚਾਹੇ ਕੈਨੇਡਾ ਜਾਣ, ਉੱਥੇ ਜਾ ਕੇ ਵੀ ਉਹਨਾਂ ਨੂੰ ਕੋਈ ਅਗਰ ਦਿੱਕਤ ਆਉਂਦੀ ਹੈ ਤਾਂ ਓਮ ਗਲੋਬਲ ਦੀ ਟੀਮ ਉੱਥੇ ਸਟੂਡੈਂਟਸ ਨੂੰ ਸਰਵਿਸਿਜ਼ ਪ੍ਰੋਵਾਈਡ ਕਰਨ ਲਈ ਹਾਜ਼ਰ ਹੈ ਜੀ। ਆਪਾਂ ਗੱਲ ਫੰਡਸ ਦੀ ਕਰ ਚੁੱਕੇ ਹਾਂ ਤੇ ਅੱਗੋਂ ਅਗਰ ਆਪਾਂ ਸਪਾਊਸ ਵੀਜ਼ਾ ਦੀ ਗੱਲ ਕਰ ਲਈਏ ਮੋਸਟਲੀ ਕਿਉਂਕਿ ਅਸੀਂ ਦੇਖਦੇ ਹਾਂ ਕੈਨੇਡਾ ਵਿੱਚ ਇਕੱਠੇ ਨਹੀਂ ਜਾ ਸਕਦੇ, ਸਪਾਊਸ ਨਾਲ ਜਾਣਾ ਤਾਂ ਆਸਟ੍ਰੇਲੀਆ ਨੂੰ ਬਹੁਤ ਅੱਛੀ ਆਪਸ਼ਨ ਮੰਨ ਲਿਆ ਜਾਂਦਾ। ਤਾਂ ਕਿੰਨਾ ਕੁ ਪ੍ਰੋਸੈਸਿੰਗ ਪੀਰੀਅਡ ਰਹਿੰਦਾ ਅਗਰ ਸਪਾਊਸ ਨੇ ਵੀ ਜਾਣਾ ਤੇ ਕੀ ਚੀਜ਼ਾਂ ਨੂੰ ਜ਼ਰੂਰੀ ਫੁੱਲਫਿਲ ਕਰਨਾ ਚਾਹੀਦਾ, ਰਿਕੁਆਇਰਮੈਂਟਸ ਕੀ ਨੇ? ਦੇਖੋ ਰਿਕੁਆਇਰਮੈਂਟਸ ਦੀ ਅਗਰ ਗੱਲ ਕਰਦੇ ਹਾਂ, ਅਗਰ ਆਪਾਂ ਸਪਾਊਸ ਐਪਲੀਕੇਸ਼ਨ ਕਰਨਾ ਚਾਹੁੰਦੇ ਹਾਂ ਆਸਟ੍ਰੇਲੀਆ ਦੇ ਵਿੱਚ ਕੀ ਹੈਗਾ ਕਿ ਦੋਨੋਂ ਐਪਲੀਕੈਂਟਸ ਗ੍ਰੈਜੂਏਟ ਚਾਹੀਦੇ ਆ ਜੀ। ਇਸ ਤੋਂ ਅਲਟਰਨੇਟ ਜਿਹੜੀ ਚੀਜ਼ ਹੈਗੀ ਹੈ ਕਿ ਤੁਹਾਡਾ ਜਿਹੜਾ ਮੇਨ ਐਪਲੀਕੈਂਟ ਨੇ ਸਟੱਡੀ ਕਰਨੀ ਹੈ ਸਪਾਊਸ ਇੱਥੇ ਕੀ ਕਰਦਾ, ਕੀ ਉਹਦਾ ਕਾਰੋਬਾਰ ਹੈਗਾ, ਕਿੱਦਾਂ ਉਹਨਾਂ ਨੂੰ ਇਨਕਮ ਆ ਰਹੀ ਹੈ ਔਰ ਆਈਟੀਆਰਸ ਰਿਕੁਆਇਰਡ ਰਹੂਗੀਆਂ ਔਰ ਚੰਗੇ ਫਾਈਨੈਂਸ਼ੀਅਲਸ ਦੇ ਨਾਲ ਤੁਸੀਂ ਸਪਾਊਸ ਐਪਲੀਕੇਸ਼ਨ ਨੂੰ ਅਪਲਾਈ ਕਰ ਸਕਦੇ ਹੋ ਤੇ ਸੇਮ ਡੇ ਦੋਨੋਂ ਜਾਣੇ ਅਪਲਾਈ ਕਰ ਸਕਦੇ ਹੋ ਜੀ। ਅਗਲੇ ਕਾਲਰ ਸਾਡੇ ਨਾਲ ਲਾਈਨ ਤੇ ਨੇ। ਹੈਲੋ ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ, ਕੀ ਨਾਮ ਹੈ, ਕਿਹੜੀ ਜਗ੍ਹਾ ਤੋਂ ਬੋਲ ਰਹੇ ਹੋ? ਰਣਵੀਰ ਸਿੰਘ ਗੱਲ ਕਰਦਾ ਪਿਆ ਜੀ ਫਰੀਦਕੋਟ ਤੋਂ। ਹਾਂਜੀ ਕੀ ਸਵਾਲ ਹੈ? ਮੈਂ BSc ਕੀਤੀ ਸੀਗੀ। ਓਕੇ BSc ਕਿਹੜੇ ਈਅਰ ਵਿੱਚ ਕੀਤੀ ਹੈ ਤੁਸੀਂ? 2020 ਦੇ ਵਿੱਚ। ਓਕੇ ਠੀਕ ਹੈ, ਕਿੰਨੀ ਪਰਸੈਂਟੇਜ ਹੈ? 79 ਜੀ। ਆਇਲਸ? 6 not less than 5.5 ਜੀ। ਕਿੱਥੇ ਲਈ ਅਪਲਾਈ ਕਰਨਾ ਤੁਸੀਂ? ਆਸਟ੍ਰੇਲੀਆ ਦੀ। ਹਾਂਜੀ BSc ਕੀਤੀ ਕਿਹੜੇ ਈਅਰ ਦੇ ਪਾਸ ਆਊਟ ਹੋ ਜੀ? 20 20 ਦੇ ਵਿੱਚ। 20 ਤੋਂ ਬਾਅਦ ਕੋਈ ਐਕਸਪੀਰੀਅੰਸ ਹੈਗਾ ਤੁਹਾਡੇ ਕੋਲ ਜੈਨੂਨ? ਹਾਂਜੀ ਜੌਬ ਦਾ ਹੈਗਾ ਜੀ। ਓਕੇ ਜੌਬ ਕਰਦੇ ਪਏ ਹੋ ਜੀ, ਬੈਂਡ ਰਿਕੁਆਇਰਮੈਂਟ ਤੁਹਾਡੀ ਚੰਗੀ, ਕੋਈ ਪ੍ਰੈਫਰੈਂਸ ਤੇ ਨਹੀਂ ਹੈਗੀ ਬ੍ਰਦਰ ਤੁਹਾਡੀ ਕੋਈ? ਨਹੀਂ ਵੀਰ ਜੀ। ਠੀਕ ਹੈ, ਅਗਰ ਪ੍ਰੈਫਰੈਂਸ ਨਹੀਂ ਹੈਗੀ, ਜੋ ਚੀਜ਼ ਮੈਂ ਆਲਰੇਡੀ ਦੱਸ ਚੁੱਕਿਆ ਕਿ ਬਿਨਾਂ ਪ੍ਰੈਫਰੈਂਸ ਵਾਲੇ ਐਪਲੀਕੇਸ਼ਨ, ਕਿਉਂਕਿ ਗੱਲ ਕਰਦੇ ਨਾ ਅਗਰ ਆਪਾਂ ਆਸਟ੍ਰੇਲੀਆ ਦੀ 43 ਕੀ ਯੂਨੀਵਰਸਿਟੀਆਂ ਆਸਟ੍ਰੇਲੀਆ ਦੇ ਵਿੱਚ ਹੁਣ ਕਈ ਵਾਰੀ ਸਟੂਡੈਂਟ ਆਂਦਾ ਕਿ ਮੈਂ ਮੈਲਬਨ ਹੀ ਜਾਣਾ ਹੈ। ਹੁਣੇ ਮੈਂ ਜ਼ਿਕਰ ਕਰਕੇ ਹਟਿਆ ਕਿ ਕਈ ਯੂਨੀਵਰਸਿਟੀਜ਼ ਦੀ ਰਿਕੁਆਇਰਮੈਂਟ 6.5 ਬੈਂਡ ਹੈ, ਕਈ ਯੂਨੀਵਰਸਿਟੀਜ਼ ਹੈਗੀਆਂ ਜਿਹੜੀਆਂ 6 ਦੇ ਨਾਲ ਐਪਲੀਕੇਸ਼ਨ ਨੂੰ ਲੈ ਲੈਂਦੇ ਆ ਬਟ ਗੱਲ ਇਹ ਸਮਝਣ ਦੀ ਲੋੜ ਹੈ ਕਿ ਤੁਹਾਡੀ ਐਪਲੀਕੇਸ਼ਨ ਕਿੱਥੇ ਐਲੀਜੀਬਲ ਹੈਗੀ। ਹੁਣ ਸਟੂਡੈਂਟ ਆ ਕੇ ਕਹਿੰਦਾ ਮੈਂ ਮੈਲਬਨ ਹੀ ਜਾਣਾ, ਮੈਲਬਨ ਦੇ ਲਈ ਤੇ ਰਸਤੇ ਬੰਦ ਹੋਊਗੇ ਹੀ ਹੋਊਗੇ, ਆਸਟ੍ਰੇਲੀਆ ਲਈ ਵੀ ਰਸਤੇ ਬੰਦ ਹੋ ਜਾਊਗੇ ਕਿਤੇ ਨਾ ਕਿਤੇ। ਉਹ ਬਹੁਤ ਕਾਰਨ ਬਣ ਜਾਂਦਾ ਹੈ ਕਿ ਐਪਲੀਕੇਸ਼ਨ ਖਰਾਬ ਹੁੰਦਾ ਹੈ, ਏਜੰਟ ਖਰਾਬ ਕਰਦਾ, ਏਜੰਟ ਨਹੀਂ ਖਰਾਬ ਕਰਦਾ। ਸਟੂਡੈਂਟ ਨੂੰ ਵੀ ਸਮਝ ਚਾਹੀਦੀ ਇਸ ਚੀਜ਼ ਨੂੰ ਲੈ ਕੇ ਕਿ ਮੇਰੀ ਐਪਲੀਕੇਸ਼ਨ ਮੈਲਬਨ 'ਚ ਨਹੀਂ ਹੋ ਸਕਦੀ, ਮੈਂ ਕਿਸੇ ਹੋਰ ਪ੍ਰੋਵਿੰਸ 'ਚ ਜਾਵਾਂ। ਪ੍ਰਾਇੋਰਟੀ ਵੀਜ਼ਾ ਆਸਟ੍ਰੇਲੀਆ 'ਚ ਪਹੁੰਚ ਜਾਂਦੇ ਹੋ ਦੈਨ ਤੁਸੀਂ ਉਹਨੂੰ ਪੜ੍ਹਾਈ ਕਰਕੇ ਵੀ ਚੇਂਜ ਕਰ ਸਕਦੇ ਹੋ, ਉਸ ਤੋਂ ਪਹਿਲਾਂ ਵੀ ਚੇਂਜ ਕਰ ਸਕਦੇ ਹੋ, ਉਹ ਗੱਲ ਬਾਤ ਦੀ ਹੈ। ਬਟ ਫਸਟ ਆਫ ਆਲ ਜਿਹੜਾ ਆਸਟ੍ਰੇਲੀਆ ਦਾ ਵੀਜ਼ਾ ਲੈਣਾ ਆ, ਇਹਨਾਂ ਕਾਰਨਾਂ ਕਰਕੇ ਐਪਲੀਕੇਸ਼ਨ ਰਿਫਿਊਜ਼ ਹੁੰਦੀ ਹੈ ਜਾਂ ਸਟੂਡੈਂਟ ਦਾ ਬਹੁਤ ਜ਼ਿਆਦਾ ਗੈਪ ਬਣ ਜਾਂਦਾ ਕਿ ਏਜੰਟ ਕੋਲੋਂ ਮੈਂ ਅਪਲਾਈ ਕੀਤਾ ਸੀਗਾ 6-6 8-8 ਮਹੀਨੇ ਮੇਰੀ ਆਫਰ ਲੈਟਰ ਨਹੀਂ ਆਈ। ਕਿਤੇ ਨਾ ਕਿਤੇ ਸਟੂਡੈਂਟਸ ਨੂੰ ਵੀ ਸਮਝਣ ਦੀ ਲੋੜ ਹੈ ਮੇਰੀ ਐਪਲੀਕੇਸ਼ਨ ਕਿੱਥੇ ਐਕਸੈਪਟੇਬਲ ਹੈਗੀ ਹੈ ਤੇ ਕਿੱਥੇ ਐਲੀਜੀਬਿਲਟੀ ਮੇਰੀ ਬਣਦੀ ਹੈ, ਦੈਨ ਮੈਂ ਉੱਥੇ ਐਪਲੀਕੇਸ਼ਨ ਨੂੰ ਪ੍ਰੋਸੈਸ ਕਰਾਂ। ਜੀ ਬਿਲਕੁਲ ਤੁਸੀਂ ਸਹੀ ਕਿਹਾ ਤੇ ਅਸੀਂ ਇਹੀ ਜਾਣਕਾਰੀ ਹਮੇਸ਼ਾ ਆਪਣੇ ਦਰਸ਼ਕਾਂ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰਦੇ ਹਾਂ ਤਾਂ ਕਿ ਤੁਸੀਂ ਆਪਣੀ ਪ੍ਰੋਫਾਈਲ ਨੂੰ ਵੀ ਸਮਝ ਸਕੋ, ਕਿਸੇ ਵੀ ਕੰਸਲਟੈਂਟ ਕੋਲ ਜਾਓ ਤੁਸੀਂ ਸਵਾਲ ਕਰ ਸਕੋ। ਅੱਜ ਆਪਾਂ ਅਗਰ ਸਪੈਸ਼ਲੀ ਹਲੇ ਫਿਲਹਾਲ ਆਸਟ੍ਰੇਲੀਆ ਬਾਰੇ ਗੱਲ ਕਰ ਰਹੇ ਹਾਂ, ਕੈਨੇਡਾ ਔਰ UK ਦੀ ਵੀ ਗੱਲ ਕਰਾਂਗੇ। ਫਿਲਹਾਲ ਜਦੋਂ ਆਸਟ੍ਰੇਲੀਆ ਦੀ ਗੱਲ ਹੁੰਦੀ ਹੈ, ਗੱਲ GTE ਦੀ ਹੁੰਦੀ ਹੈ ਤਾਂ ਉਸ ਨੂੰ ਮੈਂ ਜ਼ਰੂਰ ਚਾਹੂੰਗੀ ਕਿ ਆਪਣੇ ਦਰਸ਼ਕਾਂ ਨੂੰ ਥੋੜਾ ਡਿਟੇਲ 'ਚ ਸਮਝਾਈਏ ਕਿ GTE ਕਿੰਨਾ ਕੁ ਅਹਿਮ ਰੋਲ ਅਦਾ ਕਰਦਾ ਹੈ। ਦੇਖੋ GTE ਦਾ ਬੇਸਿਕ ਕ੍ਰਾਈਟੇਰੀਆ ਜੈਨੂਨ ਟੈਂਪਰੇਰੀ ਐਂਟਰੈਂਟ ਵੀਜ਼ਾ ਆਫਿਸਰ ਵੀ ਚਾਹੁੰਦਾ ਹੈ। ਅਗਰ ਤੁਸੀਂ ਵੀਜ਼ਾ ਲੈਣਾ ਚਾਹੁੰਦੇ ਹੋ, ਵੀਜ਼ਾ ਆਫਿਸਰ ਵੀ ਬੈਠਾ ਤੁਹਾਨੂੰ ਵੀਜ਼ਾ ਦੇਣ ਦੇ ਲਈ ਬੈਠਾ ਹੈ, ਉਹ ਵੀ ਚਾਹੁੰਦੇ ਕਿ ਤੁਹਾਨੂੰ ਵੀਜ਼ਾ ਮਿਲੇ ਬਟ ਸਰਵਲ ਫੈਕਟਰਸ ਜਿਹੜੇ ਹੈਗੇ ਆ ਤੁਹਾਨੂੰ ਉਹਦੇ ਵਿੱਚ ਉਹਨਾਂ ਦੀ ਰਿਕੁਆਇਰਮੈਂਟ ਨੂੰ ਮੀਟ ਕਰਨਾ ਪੈਂਦਾ। GTE ਕ੍ਰਾਈਟੇਰੀਆ ਬਹੁਤ ਜ਼ਿਆਦਾ ਇੰਪੋਰਟੈਂਟ ਹੈ। ਅਗਰ ਵੀਜ਼ਾ ਦੀ ਆਪਾਂ ਗੱਲ ਕਰੀਏ ਜਾਂ ਐਡਮਿਸ਼ਨਸ ਪ੍ਰੋਸੈਸ ਦੀ ਗੱਲ ਕਰੀਏ, ਸਟੂਡੈਂਟ ਦੇ ਫਾਈਨੈਂਸ਼ੀਅਲਸ ਵੀ ਇਹਦੇ ਵਿੱਚ ਦੇਖੇ ਜਾਂਦੇ ਆ, ਓਵਰਆਲ ਇਨਕਮ ਵੀ ਦੇਖੀ ਜਾਂਦੀ ਹੈ ਕਿ ਕਿੰਨੇ ਫਾਈਨੈਂਸ਼ੀਅਲ ਤੁਸੀਂ ਸ਼ੋ ਕਰਦੇ ਪਏ ਹੋ, ਕਿੰਨੀ ਆਪਣੀ ਫੀਸਿਸ ਗਈਆਂ, ਇਸ ਤੋਂ ਅਲਟਰਨੇਟ ਤੁਹਾਡੇ ਕੋਲ ਕਿੰਨਾ ਬੈਂਕ ਬੈਲੈਂਸ ਹੈਗਾ ਜਿਹਨੂੰ ਆਪਾਂ ਫੰਡ ਸ਼ੋ ਦਾ ਨਾਮ ਲੈਂਦੇ ਆ, ਇਸ ਤੋਂ ਅਲਟਰਨੇਟ ਤੁਹਾਡੀ ਫੈਮਿਲੀ ਇਨਕਮ ਕਿੰਨੀ ਹੈ ਕਿ ਵੀਜ਼ਾ ਆਫਿਸਰ ਨੂੰ ਦੱਸਣਾ ਪਊਗਾ ਇੰਨਾ ਤੁਸੀਂ ਕਮਾਉਂਦੇ ਪਏ ਹੋ।
ਸਟੂਡੈਂਟ ਨੇ ਜਦੋਂ ਵੀਜ਼ਾ ਗ੍ਰਾਂਟ ਹੋ ਕੇ ਜਾਣਾ ਹੈ, ਤੁਸੀਂ ਆਪਣਾ ਫੀਸ ਔਰ ਆਪਣਾ ਲਿਵਿੰਗ ਐਕਸਪੈਂਸਿਸ ਦਾ ਖਰਚਾ ਬਿਨਾ ਕੰਮ ਕੀਤੇ ਕੱਢ ਸਕਦੇ ਹੋ। ਉਹ ਚੀਜ਼ ਨੂੰ ਤੁਸੀਂ ਕਲੀਅਰ ਕਰਨਾ ਹੁੰਦਾ। ਇਹ ਬੇਸਿਕ ਕ੍ਰਾਈਟੇਰੀਆ ਜਿਹੜਾ ਜੀਟੀ ਦਾ ਤੁਹਾਨੂੰ ਕਲੀਅਰ ਕਰਨਾ ਪੈਂਦਾ, ਤੇ ਇਹਦੇ ਬਿਹਾਫ ਤੇ ਕਾਫੀ ਪੋਸੀਬਿਲਿਟੀਜ਼ ਰਹਿੰਦੀ ਹੈ ਵੀਜ਼ਾ ਗ੍ਰਾਂਟ ਹੋਣ ਦੀ। ਜੀ 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 ਸੋ ਲਗਾਤਾਰ ਕਾਲਰਸ ਵੀ ਸਾਡੇ ਨਾਲ ਜੁੜ ਰਹੇ ਨੇ, ਪਰ ਫਿਲਹਾਲ ਜੋ ਹੈ ਮੈਂ ਅਗਲੀ ਕਾਲ ਥੋੜੀ ਦੇਰ ਤੱਕ ਹੀ ਰਿਸੀਵ ਕਰਾਂਗੀ। ਸਵਾਲ ਇੱਕ ਇੱਥੇ ਬਹੁਤ ਜ਼ਰੂਰੀ ਜੋ ਹੈ ਸਾਡੇ ਕੋਲ ਦਰਸ਼ਕਾਂ ਦਾ ਵੀ ਪਹੁੰਚਦਾ ਰਹਿੰਦਾ ਕਿ ਜਦੋਂ ਗੱਲ ਪੀਆਰ ਦੀ ਹੁੰਦੀ ਹੈ, ਪਹਿਲਾ ਸਵਾਲ ਤਾਂ ਇਹ ਹੁੰਦਾ ਕਿ ਆਸਟ੍ਰੇਲੀਆ ਦੀ ਪੀਆਰ ਨੂੰ ਮੁਸ਼ਕਿਲ ਕਿਉਂ ਮੰਨਿਆ ਜਾਂਦਾ, ਤੇ ਦੂਸਰਾ ਮੈਂ ਜੋ ਜਾਣਨਾ ਚਾਹੂੰਗੀ ਕਿ ਆਸਟ੍ਰੇਲੀਆ ਦੀ ਪੀਆਰ ਦੀ ਗੱਲ ਕਰ ਲਈਏ ਜਾਂ ਕੈਨੇਡਾ ਪੀਆਰ ਦੀ ਗੱਲ ਕਰ ਲਈਏ, ਕਿੰਨਾ ਕੁ ਫਰਕ ਰਹਿੰਦਾ ਹੈ, ਕਿਹੜੀ ਈਜ਼ੀ ਹੈ, ਜਾਂ ਪੀਆਰ ਤੇ ਅਗਰ ਕੋਈ ਫੋਕਸ ਕਰ ਰਿਹਾ ਤਾਂ ਉਸਨੂੰ ਕੀ ਡਿਸੀਜਨ ਲੈਣਾ ਚਾਹੀਦਾ ਹੈ? ਦੇਖੋ ਡਿਸੀਜਨ ਦੀ ਗੱਲ ਇਹੀ ਆਉਂਦੀ ਹੈ ਕਿ ਮੋਸਟਲੀ ਇੱਕ ਨਾ ਰਿਊਮਰ ਹੈ, ਜਿਹਨੂੰ ਮੈਂ ਇਹ ਚੀਜ਼ ਨੂੰ ਕਹਿਣਾ ਚਾਹੂੰਗਾ ਕਿ ਏਜੰਟਸ ਵੱਲੋਂ ਜਾਂ ਕਈਆਂ ਨੂੰ ਇਸ ਚੀਜ਼ ਦੀ ਗਾਈਡੈਂਸ ਨਹੀਂ ਹੈ ਜਾਂ ਇਨਫੋਰਮੇਸ਼ਨ ਨਹੀਂ ਹੈਗੀ ਪ੍ਰੋਪਰ, ਉਹ ਸਟੂਡੈਂਟ ਨੂੰ ਵੀ ਦੱਸ ਨਹੀਂ ਪਾਉਂਦੇ। ਉਹ ਗੱਲ ਉਹੀ ਹੈ ਕਿ ਨਾ ਜਿੰਨੇ ਲਾਇਆ ਗੱਲੀ ਮੋਰ ਨਾ ਤੁਰ ਚੱਲੀ, ਜਿੱਦਾਂ ਸਟੂਡੈਂਟ ਨੂੰ ਗੱਲ ਸੁਣਾਈ ਜਾਂਦੀ ਹੈ, ਸਟੂਡੈਂਟ ਵੀ ਉਹ ਚੀਜ਼ ਨੂੰ ਅੱਗੇ ਪ੍ਰਮੋਟ ਕਰਨਾ ਸ਼ੁਰੂ ਕਰ ਦਿੰਦਾ। ਫਸਟ ਆਫ ਆਲ ਜਿਹੜੀ ਚੀਜ਼ ਹੈਗੀ ਇਹਦੇ ਵਿੱਚ, ਅਗਰ ਆਪਾਂ ਦੋਨੋਂ ਕੰਟਰੀਆਂ ਦੀ ਕੰਪੈਰੀਟਿਵਲੀ ਦੇਖੀਏ, ਇੱਕ ਮੇਜਰ ਫੈਕਟਰ ਜਿਹੜਾ ਦੇਖਣ ਨੂੰ ਮਿਲਦਾ ਕਿ ਕੈਨੇਡਾ ਦੇ ਵਿੱਚ ਐਪਲੀਕੇਸ਼ਨ ਕਿਸੇ ਨੇ ਵੀ ਕੀਤੀ, ਉਹ ਸਾਲ ਦੀ ਫੀਸ ਭਰ ਚੁੱਕਾ ਔਰ ਸਾਲ ਦਾ ਲਿਵਿੰਗ ਐਕਸਪੈਂਸਿਸ ਜਿਹਨੂੰ ਆਪਾਂ ਜੀਆਈਸੀ ਕਹੀਏ ਉਹ ਟ੍ਰਾਂਸਫਰ ਕਰ ਚੁੱਕਾ, ਉਹਦੇ ਪੈਰ ਬੰਨੇ ਗਏ ਆ। ਠੀਕ ਹੈ, ਸਟੂਡੈਂਟ ਨਹੀਂ ਹਿੱਲ ਸਕਦਾ। ਆਸਟ੍ਰੇਲੀਆ ਦੇ ਵਿੱਚ ਇਹ ਕਿ 6 ਮਹੀਨੇ ਦੀ ਫੀਸ ਦਿੱਤੀ, ਦੈਨ ਮੈਂ ਪੜ੍ਹਨਾ ਜਾਂ ਨਹੀਂ ਪੜ੍ਹਨਾ, ਸਟੂਡੈਂਟ ਮੂਵ ਕਰ ਜਾਂਦਾ, ਕਿਤੇ ਨਹੀਂ ਵੀ ਪੜ੍ਹਦਾ। ਇੱਕ ਇਹ ਕਾਰਨ ਰਹਿੰਦਾ, ਜਿਹੜੇ ਤਾਂ ਸਟੂਡੈਂਟ ਪੜ੍ਹਦੇ ਆ ਆਸਟ੍ਰੇਲੀਆ ਦੇ ਵਿੱਚ ਪੀਆਰ ਡੈਫੀਨਿਟਲੀ ਉਹਨਾਂ ਦੀ ਵੀ ਹੁੰਦੀ ਹੈ, ਕੋਈ ਜ਼ਿਆਦਾ ਫਰਕ ਨਹੀਂ ਹੈ। ਅਗਰ ਆਪਾਂ ਪੁਆਇੰਟਸ ਦੀ ਗੱਲ ਕਰੀਏ ਮੇਜਰ, ਅਗਰ ਮੈਂ ਲੰਬੀ ਡਿਸਕਸ਼ਨ ਚੱਲੂਗਾ ਤਾਂ ਕਾਫੀ ਦੇਰ ਲੱਗ ਜਾਣੀ ਹੈ। ਮੋਟੀ ਚੀਜ਼ ਤੁਹਾਨੂੰ ਮੈਂ ਸਮਝਾ ਦਿੰਦਾ। ਇਹਦੇ ਵਿੱਚ ਦੇਖੋ ਦੋਨਾਂ ਦੇ ਵਿੱਚ ਏਜ, ਤੁਹਾਡੀ ਕੁਆਲੀਫਿਕੇਸ਼ਨ, ਤੁਹਾਡਾ ਐਕਸਪੀਰੀਅੰਸ, ਤੁਹਾਡੀ ਲੈਂਗੁਏਜ ਪ੍ਰੋਫੀਸ਼ੀਐਂਸੀ ਦੇ ਬੇਸਿਸ ਦੇ ਉੱਤੇ ਤੁਹਾਨੂੰ ਪੁਆਇੰਟਸ ਮਿਲਦੇ। ਇਸ ਤੋਂ ਅਲਟਰਨੇਟ ਅਗਰ ਮੈਂ ਗੱਲ ਕਰਾਂਗਾ ਆਸਟ੍ਰੇਲੀਆ ਦੀ, ਤੁਹਾਡੀ ਕੋਈ ਪ੍ਰੋਵਿੰਸ ਨੋਮੀਨੇਸ਼ਨ ਅਗਰ ਤੁਹਾਨੂੰ ਮਿਲਦੀ ਹੈ, ਉਹ ਵੀ ਤੁਸੀਂ ਉਹਦੇ ਵਿੱਚ ਕਰ ਸਕਦੇ। ਕੈਨੇਡਾ ਦੇ ਵਿੱਚ ਵੀ ਇਹ ਚੀਜ਼ ਹੁੰਦੀ ਹੈ। ਸੋ ਅਗਲੇ ਕਾਲਰ ਵੀ ਸਾਡੇ ਨਾਲ ਲਾਈਨ ਤੇ ਨੇ, ਅਸੀਂ ਕਾਲ ਰਿਸੀਵ ਕਰ ਲੈਣੇ, ਇਹਨਾਂ ਦਾ ਸਵਾਲ ਜਾਣ ਲੈਣੇ ਪਹਿਲਾਂ। ਹੈਲੋ ਹਾਂਜੀ, ਸਤਿ ਸ਼੍ਰੀ ਅਕਾਲ ਜੀ, ਕੀ ਨਾਮ ਹੈ, ਕਿਹੜੀ ਜਗ੍ਹਾ ਤੋਂ ਬੋਲ ਰਹੇ ਹੋ? ਸਤਿ ਸ਼੍ਰੀ ਅਕਾਲ, ਮੈਂ ਜਲੰਧਰ ਤੋਂ ਗੱਲ ਕਰ ਰਿਹਾ। ਠੀਕ ਹੈ, ਹਾਂਜੀ, ਕੀ ਸਵਾਲ ਹੈ ਤੁਹਾਡਾ? ਮੈਂ ਬੈਚਲਰਸ ਇਨ BA LLB ਕੀਤੀ ਹੋਈ ਹੈ ਐਕਚੁਅਲੀ ਜੀ, ਤੇ ਐਕਸਪੀਰੀਅੰਸ ਵੀ ਹੈਗਾ। ਠੀਕ ਹੈ, ਬੈਂਡ ਹੈਗੇ ਨੇ ਮੇਰੇ ਕੋਲ 6.5 ਨਾਟ ਲੈਸ ਦੈਨ 6। ਓਕੇ, ਹਾਂਜੀ ਹਾਂਜੀ, ਕਿੱਥੇ ਲਈ? ਆਸਟ੍ਰੇਲੀਆ ਜਾਂ ਕੈਨੇਡਾ ਵਾਸਤੇ ਪੋਸੀਬਲ ਹੋਏਗਾ? BA LLB ਬ੍ਰਦਰ ਕਦੋਂ ਕੀਤੀ ਹੈ ਤੁਸੀਂ? ਮੈਂ 2020 ਵਿੱਚ। 2020 ਦੇ ਵਿੱਚ। ਉਸ ਤੋਂ ਬਾਅਦ ਤੁਹਾਡੇ ਕੋਲ ਐਕਸਪੀਰੀਅੰਸ ਹੈ, ਡੈਫੀਨਿਟਲੀ ਆਪਾਂ ਅਪਲਾਈ ਕਰ ਸਕਦੇ ਹਾਂ। ਕੈਨੇਡਾ ਲਈ ਵੀ ਐਲੀਜੀਬਲ ਹੈਗੇ ਹੋ, ਆਸਟ੍ਰੇਲੀਆ ਲਈ ਵੀ ਹੈਗੇ ਹੋ, ਤੇ ਉਹਦੇ 'ਚ ਕੋਈ ਦਿੱਕਤ ਨਹੀਂ ਕਿ ਦੋਨਾਂ ਕੰਟਰੀਆਂ ਲਈ ਕਰ ਸਕਦੇ ਹੋ। ਤੁਸੀਂ ਆਫਿਸ ਵਿਜ਼ਿਟ ਕਰ ਸਕਦੇ ਹੋ ਆਪਣੇ ਡਾਕੂਮੈਂਟੇਸ਼ਨ ਲੈ ਕੇ ਨਾਲ, ਤੇ ਪ੍ਰੋਸੈਸ ਹੋ ਜਾਊਗਾ ਜੀ, ਕੋਈ ਦਿੱਕਤ ਨਹੀਂ ਇਹਦੇ 'ਚ। ਜੀ, ਥੈਂਕ ਯੂ ਜੀ ਸਾਡੇ ਸ਼ੋਅ ਵਿੱਚ ਕਾਲ ਕਰਨ ਲਈ। ਤੇ ਵਾਕਈ ਕਿਉਂਕਿ ਸਾਡੇ ਨਾਲ ਹਮੇਸ਼ਾ ਦਰਸ਼ਕ ਜੁੜਦੇ ਰਹਿੰਦੇ ਨੇ, ਤੇ ਅਸੀਂ ਵੀ ਆਪਣੀ ਪੂਰੀ ਜ਼ਿੰਮੇਵਾਰੀ ਦੇ ਨਾਲ ਸਹੀ ਜਾਣਕਾਰੀ ਤੁਹਾਡੇ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰਦੇ ਹਾਂ, ਤਾਂ ਕਿ ਤੁਹਾਨੂੰ ਸਭ ਪਤਾ ਹੋਵੇ, ਤੁਹਾਡੀ ਪ੍ਰੋਫਾਈਲ ਬਾਰੇ ਵੀ, ਤੁਸੀਂ ਕਿੱਥੇ ਜਾਣਾ ਉੱਥੇ ਬਾਰੇ ਵੀ, ਤੇ ਕਿਹੜੇ ਰੂਲਸ ਨੂੰ ਅੱਗੇ ਜਾ ਕੇ ਫੋਲੋ ਕਰਨਾ ਚਾਹੀਦਾ ਹੈ ਉਸ ਦੇ ਬਾਰੇ ਵੀ ਪੂਰੀ ਜਾਣਕਾਰੀ ਹੋਵੇ। ਜੀ, ਆਪਾਂ ਆਸਟ੍ਰੇਲੀਆ ਔਰ ਕੈਨੇਡਾ ਦੇ ਪੀਆਰ ਦੀ ਗੱਲ ਕਰ ਚੁੱਕੇ ਹਾਂ, ਤੇ ਮੈਂ ਚਾਹੂੰਗੀ ਇੱਥੇ ਜ਼ਰੂਰ ਕੀ ਕੋਈ ਪੁਆਇੰਟ ਰਹਿੰਦਾ ਜੋ ਤੁਸੀਂ ਡਿਸਕਸ ਕਰਨਾ ਚਾਹੋਗੇ, ਜਾਂ ਮੈਂ ਅਗਲਾ ਟੌਪਿਕ, ਕਿਉਂਕਿ ਆਸਟ੍ਰੇਲੀਆ ਦੇ ਥੋੜਾ ਜਿਹਾ ਮੈਂ ਚਾਹੂੰਗੀ ਕਿ ਆਪਾਂ ਦਰਸ਼ਕਾਂ ਨੂੰ ਐਲੀਜੀਬਿਲਿਟੀ ਬਾਰੇ ਵੀ ਦੱਸ ਦਈਏ, ਤਾਂ ਕਿ ਜਿਹੜੇ ਨਵੇਂ ਸਟੂਡੈਂਟ ਨੇ, ਫਰੈਸ਼ ਸਟੂਡੈਂਟਸ ਨੇ, ਉਹਨਾਂ ਨੂੰ ਵੀ ਪਤਾ ਚੱਲੇ ਕਿ ਉਹ ਅਪਲਾਈ ਕਰ ਸਕਦੇ ਨੇ ਕਿ ਨਹੀਂ। ਦੇਖੋ, ਅਗਰ ਐਲੀਜੀਬਿਲਿਟੀ ਦੀ ਗੱਲ ਕਰਦਾ ਉਸ ਤੋਂ ਪਹਿਲੇ ਮੈਂ ਇੱਕ ਚੀਜ਼ ਕਹਿਣਾ ਚਾਹੂੰਗਾ ਕਿ ਐਲੀਜੀਬਿਲਿਟੀ ਔਰ ਸਰਵਰ ਫੈਕਟਰਸ ਕਈ ਹੈਗੇ ਜਿਹਦੇ ਵਿੱਚ ਸਟੂਡੈਂਟਸ ਨੂੰ ਅਵੇਅਰਨੈਸ ਨਹੀਂ ਹੈਗੀ ਜਾਂ ਇਨਫੋਰਮੇਸ਼ਨ ਘੱਟ ਹੈਗੀ ਹੈ। ਉਹ ਸਟੂਡੈਂਟ ਕੀ ਹੈਗਾ ਕਿ ਹੋਮ ਗਲੋਬਲ ਦੇ ਸੈਮੀਨਾਰਸ ਹੋ ਰਹੇ ਆ, ਜਿੱਥੇ ਆਸਟ੍ਰੇਲੀਆ ਤੋਂ ਟੀਮ ਸਪੈਸ਼ਲੀ ਆ ਰਹੀ ਹੈ ਇੰਡੀਆ ਦੇ ਵਿੱਚ। ਇਹ ਸੈਮੀਨਾਰ ਦੇ ਵਿੱਚ ਪਾਰਟਿਸਿਪੇਟ ਕਰਨ ਦੇ ਲਈ ਤੁਸੀਂ 1-to-1 ਕਾਉਂਸਲਿੰਗ ਲੈ ਸਕਦੇ ਹੋ, ਮੈਨੂੰ ਮਿਲ ਸਕਦੇ ਹੋ, ਟੀਮ ਨੂੰ ਮਿਲ ਸਕਦੇ ਹੋ, ਆਸਟ੍ਰੇਲੀਅਨ ਟੀਮ ਨੂੰ ਮਿਲ ਸਕਦੇ ਹੋ। 15 ਤਰੀਕ ਨੂੰ ਤੁਸੀਂ ਅੰਮ੍ਰਿਤਸਰ ਆਫਿਸ ਸੈਮੀਨਾਰ ਦੇ ਵਿੱਚ ਆ ਸਕਦੇ ਹੋ, 16 ਤਰੀਕ ਜਲੰਧਰ ਆਫਿਸ ਦੇ ਵਿੱਚ ਸੈਮੀਨਾਰ ਹੈ, 17 ਤਰੀਕ ਹੋਮ ਗਲੋਬਲ ਦੇ ਬਠਿੰਡਾ ਆਫਿਸ 'ਚ ਸੈਮੀਨਾਰ ਹੈ, ਤੇ 18 ਤਰੀਕ ਚੰਡੀਗੜ੍ਹ ਆਫਿਸ ਦੇ ਵਿੱਚ ਸੈਮੀਨਾਰ ਹੈ, ਜਿਹਦੇ ਵਿੱਚ ਤੁਸੀਂ ਆਪਣੀ ਫਾਈਲ ਦੀ ਅਸੈਸਮੈਂਟ ਕਰਾ ਸਕਦੇ ਹੋ ਤੇ ਮੌਕੇ ਤੇ ਅਪਲਾਈ ਕਰ ਸਕਦੇ ਹੋ। ਅਗਰ ਮੈਂ ਗੱਲ ਕਰਦਾ ਐਲੀਜੀਬਿਲਿਟੀ ਕ੍ਰਾਈਟੇਰੀਆ ਦੀ, ਤੇ ਕਿਤੇ ਨਾ ਕਿਤੇ ਹੁਣ ਯੂਨੀਵਰਸਿਟੀਜ਼ ਨੇ ਵੀ ਆਪਣੇ 2020 ਪਾਸ ਆਊਟ ਤੋਂ ਪੈਰ ਪਿੱਛੇ ਕੀਤੇ ਆ। ਜਿਹੜਾ 2021 ਪਾਸ ਆਊਟ +2 ਹੈ, ਜੋ ਮੈਂ ਆਲਰੇਡੀ ਪਹਿਲਾਂ ਵੀ ਦੱਸ ਚੁੱਕਾ, +2 2021 ਪਾਸ ਆਊਟ ਮੋਰ ਦੈਨ 60% ਮਾਰਕਸ ਹੈ, ਜਿਹਦੇ 6 ਬੈਂਡ ਦੇ ਨਾਲ ਐਪਲੀਕੇਸ਼ਨ ਨੂੰ ਅਪਲਾਈ ਕਰ ਸਕਦੇ। ਗ੍ਰੈਜੂਏਟ ਐਪਲੀਕੈਂਟਸ 7 ਤੋਂ 8 ਸਾਲ ਦਾ ਗੈਪ ਹੈ, ਬਟ ਵਿਦ ਜਸਟੀਫਿਕੇਸ਼ਨ ਐਪਲੀਕੇਸ਼ਨ ਨੂੰ ਪ੍ਰੋਸੈਸ ਕਰ ਸਕਦੇ 6.5 ਬੈਂਡ ਦੇ ਨਾਲ। ਕਿਤੇ ਨਾ ਕਿਤੇ ਆਪਸ਼ਨਸ ਹੈਗੀਆਂ ਕਿ 6 ਬੈਂਡ ਓਵਰਆਲ 5.5 ਦੇ ਨਾਲ ਮਿਲ ਜਾਏਗੀ ਆਪਸ਼ਨਸ, ਬਟ ਬਹੁਤ ਜ਼ਿਆਦਾ ਵੈਰਾਈਟੀ ਜਾਂ ਆਪਸ਼ਨਸ ਕਹੂੰਗੇ ਨਾ ਸਟੂਡੈਂਟ ਨੂੰ ਕਿ ਪਰਟੀਕੂਲਰ ਏਰੀਆ ਦੇ ਵਿੱਚ ਹੀ ਜਾਣਾ, ਉਹ ਐਪਲੀਕੇਸ਼ਨਸ ਦੇ ਲਈ ਥੋੜਾ ਜਿਹਾ ਔਖਾ ਹੋ ਜਾਊਗਾ। ਰਾਦਰ ਇਸ ਤੋਂ ਅਲਟਰਨੇਟ ਅਗਰ ਆਪਾਂ ਗੱਲ ਕਰਦੇ, ਸਪਾਊਸ ਐਪਲੀਕੇਸ਼ਨਸ ਵੀ ਨਾਲ ਇਹਨਾਂ ਦੇ ਅਪਲਾਈ ਕਰ ਸਕਦੇ। ਸੈਮੀਨਾਰ ਦਾ ਵੱਧ ਚੜ ਕੇ ਹਿੱਸਾ ਬਣੋ, ਔਨ ਦੀ ਸਪੋਟ ਤੁਸੀਂ ਅਸੈਸਮੈਂਟ ਕਰਾ ਸਕਦੇ ਹੋ, ਐਕਸਪਰਟ ਟੀਮ ਨੂੰ ਮਿਲ ਸਕਦੇ ਹੋ, ਤੇ ਆਪਣੇ ਪ੍ਰੋਫਾਈਲ ਬਾਰੇ, ਆਪਣੇ ਵੀਜ਼ਾ ਬਾਰੇ ਜਾਣ ਸਕਦੇ ਹੋ। ਜੀ ਬਿਲਕੁਲ, ਜਿਵੇਂ ਤੁਸੀਂ ਸੈਮੀਨਾਰਸ ਦੀ ਗੱਲ ਕੀਤੀ ਹੈ, ਤਾਂ ਇੱਥੇ ਮੈਂ ਜ਼ਰੂਰ ਜਾਣਨਾ ਚਾਹੂੰਗੀ, ਜਦੋਂ ਸੈਮੀਨਾਰ ਹੁੰਦੇ ਆ, ਤੁਹਾਡੀ ਐਕਸਪਰਟਸ ਦੀ ਟੀਮ ਵੀ ਇੱਥੇ ਪਹੁੰਚਦੀ ਹੈ, ਸਟੂਡੈਂਟ ਫੇਸ ਟੂ ਫੇਸ ਬੈਠ ਕੇ ਔਨ ਟੇਬਲ ਜੋ ਹੈ ਡਿਸਕਸ਼ਨ ਕਰ ਸਕਦੇ ਨੇ, ਕਿੰਨਾ ਕੁ ਫਾਇਦਾ ਸਟੂਡੈਂਟਸ ਨੂੰ? ਇਹ ਤਾਂ ਚਲੋ ਪਤਾ ਚੱਲ ਹੀ ਰਿਹਾ ਕਿ ਮੌਕੇ ਤੇ ਤੁਸੀਂ ਕਹਿ ਰਹੇ ਹੋ ਆਫਰ ਲੈਟਰ ਮਿਲਦੀ ਹੈ, ਹੋਰ ਕਿਹੜੇ ਪੁਆਇੰਟਸ ਜੋ ਹੈ ਸਟੂਡੈਂਟਸ ਦੇ ਕਲੀਅਰ ਹੋ ਪਾਉਂਦੇ ਨੇ, ਤਾਂ ਕਿ ਦਰਸ਼ਕ ਦੇਖ ਰਹੇ ਨੇ ਉਹ ਵੀ ਨਾ ਚੀਜ਼ਾਂ ਨੂੰ ਸਮਝ ਸਕਣ ਤੇ ਸੈਮੀਨਾਰ ਦਾ ਹਿੱਸਾ ਬਣ ਸਕਣ?
ਦੇਖੋ ਜਨਰਲ ਜੀ ਗੱਲ ਹੈ, ਹੁਣੇ ਆਪਾਂ ਇਨਫੋਰਮੇਟਿਵ ਸੈਸ਼ਨ ਨੂੰ ਲੈ ਕੇ ਗੱਲ ਕੀਤੀ ਸੀਗੀ, ਰਿਊਮਰਸ ਨੂੰ ਲੈ ਕੇ ਗੱਲ ਕੀਤੀ ਸੀਗੀ ਕਿ ਪ੍ਰੋਡਕਟ ਨੌਲੇਜ ਕਈਆਂ ਨੂੰ ਘੱਟ ਹੈ, ਕਈਆਂ ਨੂੰ ਰੀਸੈਂਟ ਅਪਡੇਟ ਨਹੀਂ ਹੈਗੀ, ਰੀਸੈਂਟ ਇਨਫੋਰਮੇਸ਼ਨ ਨਹੀਂ ਹੈਗੀ। ਦੈਨ ਅਗਰ ਮੈਂ ਗੱਲ ਕਰਦਾ ਹਾਂ ਆਸਟ੍ਰੇਲੀਆ ਦੀ ਔਰ ਕੈਨੇਡਾ ਦੀ, ਆਫਿਸਿਸ ਸਾਡੇ ਆਪਣੇ ਅਵੇਲੇਬਲ ਹੈਗੇ ਆ। ਕੈਨੇਡਾ ਟੋਰਾਂਟੋ ਦੇ ਵਿੱਚ ਆਫਿਸ ਹੈ, ਆਸਟ੍ਰੇਲੀਆ ਮੈਲਬਨ ਦੇ ਵਿੱਚ ਸਾਡੀ ਪ੍ਰੋਸੈਸਿੰਗ ਹੈ, ਮਹਾਰਾਜਨ ਦੇ ਥਰੂ ਐਪਲੀਕੇਸ਼ਨ ਸਾਡੀ ਹੁੰਦੀ ਹੈ। ਜੋ ਰੀਸੈਂਟ ਅਪਡੇਟ ਐਜ਼ ਪਰ ਗਾਈਡਲਾਈਨਸ, ਜੋ ਨਵੇਂ ਅਪਡੇਟਸ ਆਉਂਦੇ ਆ ਔਰ ਜੋ ਚੀਜ਼ ਪਹਿਲਾਂ ਸਾਡੇ ਕੋਲ ਆਈ ਉਹ ਸਭ ਤੋਂ ਪਹਿਲਾਂ ਅਸੀਂ ਉਹਨੂੰ ਇਨਫੋਰਮੇਟਿਵ ਬੇਸਿਸ ਦੇ ਉੱਪਰ ਸਟੂਡੈਂਟ ਤੱਕ ਹੀ ਪਹੁੰਚਾਉਂਦੇ ਆ। ਤੇ ਇਹ ਚੀਜ਼ ਖਾਸ ਰਹਿੰਦੀ ਹੈ ਕਿ ਇੱਕ ਏਜੰਟ ਕੋਈ ਵੀ ਪਾਰਟਿਕੂਲਰ ਹੈ ਇੱਥੇ ਰਹਿੰਦਾ, ਉਹਨੂੰ ਸਿਰਫ ਇੰਨੀ ਕੁ ਚੀਜ਼ ਦਾ ਪਤਾ ਕਿ ਇੰਡੀਆ ਦੇ ਵਿੱਚ ਕੀ ਚੀਜ਼ ਚੱਲਦੀ ਪਈ, ਜਾਂ ਜਿਹਦਾ ਵੀਜ਼ਾ ਗ੍ਰਾਂਟ ਕਰਾਤਾ ਅੱਗੇ ਕਹਿੰਦੇ ਤੂੰ ਕੌਣ ਤੇ ਮੈਂ ਕੌਣ। ਬਿਲਕੁਲ ਬਿਲਕੁਲ। ਜਦੋਂ ਗੱਲ ਆਉਂਦੀ ਹੈ ਕਿ ਸਟੂਡੈਂਟ ਆਸਟ੍ਰੇਲੀਆ ਪਹੁੰਚਦਾ, ਉਹਨੂੰ ਬੜੀ ਪ੍ਰੋਬਲਮਸ ਫੇਸ ਕਰਨੀਆਂ ਪੈਂਦੀਆਂ। ਉਹ ਅੱਗੇ ਕਿੱਦਾਂ ਅਪਲਾਈ ਕਰੂਗਾ, ਦੈਨ ਚੇਂਜ ਕਰਨਾ ਆ, ਮਾਈਗ੍ਰੇਸ਼ਨ ਲੈਣੀ ਆ, ਪੀਆਰ ਅਪਲਾਈ ਕਰਨੀ ਆ, ਉਹਦੇ ਵਿੱਚ ਅਸਿਸਟੈਂਸ ਮਹਾਰਾਜਨ ਥਰੂ ਹੀ ਅਸੀਂ ਦਿੰਦੇ ਆ। ਅਗਰ ਇਸੇ ਗੱਲ ਆਪਾਂ ਕੈਨੇਡਾ ਦੇ ਵਿੱਚ ਕਰਦੇ ਆ ਤਾਂ ਆਈਸੀਸੀਆਰਸੀ ਮੈਂਬਰ ਥਰੂ ਤੁਹਾਡੀ ਐਪਲੀਕੇਸ਼ਨ ਹੁੰਦੀ ਕਿ ਸਰਕਾਰੀ ਵਕੀਲ ਜਿਹੜੇ ਹੈਗੇ ਉਹਨਾਂ ਥਰੂ ਤੁਹਾਡੀ ਐਕਸਪਰਟ ਐਪਲੀਕੇਸ਼ਨ ਜਿਹੜੀ ਹੈ ਅਪਲਾਈ ਹੁੰਦੀ ਆ। ਜੀ 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 ਬਿਲਕੁਲ। ਸੋ ਇੱਕ ਗੱਲ ਇਹ ਆਂਦੀ ਕਿ ਆਪਾਂ ਜਦੋਂ ਇਨਫੋਰਮੇਟਿਵ ਸ਼ੋਅ ਐਵੇਂ ਲੈ ਕੇ ਆਉਂਦੇ ਆ ਤਾਂ ਅਸੀਂ ਇੱਕ ਜੋ ਹੈ ਜਰਨਲੀ ਗੱਲ ਕਰਦੇ ਆ, ਲੇਕਿਨ ਜਦੋਂ ਸੈਮੀਨਾਰ ਹੁੰਦਾ ਤੁਸੀਂ ਆਪਣੀ ਪ੍ਰੋਫਾਈਲ ਖੁਦ ਜੋ ਹੈ ਡਿਸਕਸ ਕਰ ਸਕਦੇ ਹੋ। ਹਰੇਕ ਗੱਲ ਪੁਆਇੰਟ ਜੋ ਹੈ ਤੁਹਾਡੀ ਪ੍ਰੋਫਾਈਲ ਦੇ ਨਾਲ ਹੀ ਜੁੜਿਆ ਹੁੰਦਾ, ਸੋ ਤੁਹਾਡੇ ਸਾਰੇ ਡਾਊਟਸ ਵੀ ਕਲੀਅਰ ਹੁੰਦੇ ਨੇ। ਅੱਛੀ ਗੱਲ ਹੈ ਕਿ ਤੁਸੀਂ ਮੌਕੇ ਤੇ ਸਲਾਹ ਲੈ ਕੇ, ਅਗਰ ਤੁਹਾਡਾ ਮਨ ਬਣਦਾ, ਤੁਹਾਡੇ ਪੇਰੈਂਟਸ ਦਾ ਮਨ ਬਣਦਾ, ਤਾਂ ਤੁਸੀਂ ਮੌਕੇ ਤੇ ਆਫਰ ਲੈਟਰ ਲੈ ਕੇ ਅੱਗੋਂ ਪ੍ਰੋਸੈਸਿੰਗ ਕਰਵਾ ਸਕਦੇ ਹੋ। ਜੀ ਅੱਗੋਂ ਕੈਨੇਡਾ ਦੀ ਗੱਲ ਕਰ ਲਈਏ। ਕੈਨੇਡਾ ਨੂੰ ਲੈ ਕੇ ਬਹੁਤ ਸਾਰੇ ਸਵਾਲ ਸੀ ਕਿ ਰਿਜ਼ਲਟਸ ਜੋ ਹੈ ਡਿਲੇ ਹੋ ਰਹੇ ਨੇ, ਤੇ ਅੱਜ ਦੀ ਸਥਿਤੀ ਦੀ ਗੱਲ ਕਰੀਏ ਕਿ ਹਲੇ ਵੀ ਕੁਝ ਟਾਈਮ ਤੱਕ ਰਿਜ਼ਲਟਸ ਡਿਲੇ ਹੀ ਜਾ ਰਹੇ ਨੇ। ਦੇਖੋ ਡਿਲੇਸ ਦੀ ਗੱਲ ਨਹੀਂ ਕਰੂੰਗਾ, ਅਗਰ ਮੈਂ ਗੱਲ ਕਰਦਾ 2021 ਦੀ ਰਿਕਾਰਡ ਨੰਬਰ ਆਫ ਐਪਲੀਕੇਸ਼ਨਸ ਜਿਹੜੀਆਂ ਗ੍ਰਾਂਟ ਹੋਈਆਂ, ਅਗਰ ਇਸ ਤੋਂ 5-7 ਸਾਲ ਬੈਕ ਜਾਣ ਦੀ ਆਪਾਂ ਕੋਸ਼ਿਸ਼ ਕਰਦੇ ਹਾਂ, ਉਸ ਟਾਈਮ ਦੇ ਉੱਤੇ ਕਿ ਕੈਨੇਡਾ ਦੀ ਐਪਲੀਕੇਸ਼ਨਸ ਘੱਟ ਸੀਗਾ, ਰਿਜ਼ਲਟ ਬਹੁਤ ਜ਼ਿਆਦਾ ਸੀਗਾ। ਬਟ ਅੱਜ ਅਗਰ ਮੈਂ ਗੱਲ ਕਰਦਾ ਹਾਂ ਕਿ ਰਿਕਾਰਡ ਤੋੜ ਐਪਲੀਕੇਸ਼ਨਸ 4,05,000 ਐਪਲੀਕੇਸ਼ਨਸ ਗ੍ਰਾਂਟ ਹੋਈਆਂ, ਜਿਹਦੇ ਵਿੱਚ ਮੋਰ ਕਹੀਏ ਕਿ 2,17,000 ਐਪਲੀਕੇਸ਼ਨ ਇੰਡੀਅਨਸ ਦੇ ਜਿਹੜੇ ਵੀਜ਼ੇ ਗ੍ਰਾਂਟ ਹੋਏ ਆ, ਜਿਹੜੇ ਕਿ ਰਿਕਾਰਡ ਹੈ ਇਸ ਚੀਜ਼ ਦੇ ਵਿੱਚ ਕਿ ਇੰਡੀਅਨ ਐਪਲੀਕੇਸ਼ਨਸ ਨੂੰ ਇੰਨਾ ਹੁੰਗਾਰਾ ਮਿਲਿਆ ਉਸ ਚੀਜ਼ ਦੇ ਵਿੱਚ। ਵੀਜ਼ਾ ਆਫਿਸਰ ਨੇ ਵੀ ਵੀਜ਼ਾਸ ਗ੍ਰਾਂਟ ਕੀਤੇ, ਬਟ ਅਗਰ ਮੈਂ ਗੱਲ ਕਰੂੰਗਾ ਕਿ ਕਿਹੜੇ ਵੀਜ਼ਾਸ ਗ੍ਰਾਂਟ ਹੋਏ ਤੇ ਕਿਹੜੀਆਂ ਪ੍ਰੋਫਾਈਲਾਂ ਰਿਫਿਊਜ਼ ਹੋਈਆਂ, ਜਿਹੜੇ 6 ਹੀ ਐਪਲੀਕੇਸ਼ਨਸ ਜਿਹੜੀਆਂ ਸੀਗੀਆਂ ਔਰ ਪਰਸੈਂਟੇਜ ਚੰਗੀ ਸੀਗੀ, ਜ਼ਿਆਦਾ ਗੈਪ ਨਹੀਂ ਸੀਗਾ, ਅਗਰ ਕਿਸੇ ਦਾ ਸੀਗਾ ਉਹ ਜਸਟੀਫਿਕੇਸ਼ਨ ਦੇ ਨਾਲ ਸੀਗਾ, ਉਹਨਾਂ ਐਪਲੀਕੈਂਟਸ ਨੂੰ ਵੀਜ਼ਾ ਮਿਲਿਆ। ਜਿਹੜੇ 5.5 ਬੈਂਡ ਵਾਲੇ ਐਪਲੀਕੇਸ਼ਨਸ ਹੈਗੇ ਆ ਜਾਂ ਫੇਕ ਡਾਕੂਮੈਂਟੇਸ਼ਨ ਜਿਨ੍ਹਾਂ ਦੀ ਲੱਗੀ ਹੈ, ਉਸ ਚੀਜ਼ ਨੂੰ ਲੈ ਕੇ ਕੈਨੇਡਾ ਨੇ ਬਹੁਤ ਐਪਲੀਕੇਸ਼ਨ ਰਿਫਿਊਜ਼ ਵੀ ਕੀਤੀਆਂ। ਜੀ ਜੀ ਇਹ ਚੀਜ਼ ਮੇਜਰ ਰਹੀ ਹੈ ਜੀ ਇਹਦੇ ਵਿੱਚ। ਠੀਕ ਹੈ, ਯਾਨੀ ਅਸੀਂ ਕਹਿ ਸਕਦੇ ਜਿਨ੍ਹਾਂ ਦੀ ਪ੍ਰੋਫਾਈਲ ਬਿਲਕੁਲ ਸਹੀ ਹੈ ਉਹਨਾਂ ਨੂੰ ਮਤਲਬ ਘਬਰਾਉਣ ਦੀ ਕੋਈ ਜ਼ਰੂਰਤ ਨਹੀਂ ਅਗਰ ਕੈਨੇਡਾ ਲਈ ਵੀ ਅਪਲਾਈ ਕਰ ਰਹੇ ਨੇ। ਦੇਖੋ ਕੈਨੇਡਾ ਦੀ ਉਹੀ ਚੀਜ਼ ਮੈਂ ਤੁਹਾਨੂੰ ਦੱਸ ਸਕਾਂ ਕਿ ਇੱਕ ਬਹੁਤ ਵੱਡੀ ਰੇਸ਼ੋ ਦੇ ਨਾਲ ਹਜੇ ਤੱਕ ਰਿਕਾਰਡ ਐਪਲੀਕੇਸ਼ਨ ਹੈ ਜਿਹੜੀ 2021 ਦੇ ਵਿੱਚ ਗ੍ਰਾਂਟ ਕੀਤੇ ਵੀਜ਼ੇ। ਅਗਰ ਇਸ ਤੋਂ ਪਹਿਲਾਂ ਵੀ ਮੈਂ ਗੱਲ ਕਰਾਂ, ਪੈਂਡੇਮਿਕ ਤੋਂ ਪਹਿਲਾਂ ਵੀ ਅਗਰ 18-17 ਦੀ ਵੀ ਗੱਲ ਕਰੀਏ, ਇੰਨਾ ਵੀਜ਼ਾ ਨਹੀਂ ਗ੍ਰਾਂਟ ਹੋਇਆ ਸੀਗਾ। 4 ਲੱਖ ਪਲੱਸ ਵੀਜ਼ਾ ਗ੍ਰਾਂਟ ਹੋਇਆ ਉਹ ਸਾਲ 2021 ਦੇ ਵਿੱਚ, ਬਹੁਤ ਵੱਡੀ ਜਿਹਨੂੰ ਕਹੀਏ ਉਪਲਬਧੀ ਹੈ ਇੰਟਰਨੈਸ਼ਨਲ ਐਪਲੀਕੈਂਟਸ ਦੇ ਲਈ। ਤੇ ਉਸ ਚੀਜ਼ ਦੇ ਵਿੱਚ ਐਪਲੀਕੇਸ਼ਨ ਚੰਗੀ ਪ੍ਰੋਸੈਸ ਕਰ ਸਕਦੇ, ਬਟ ਜਦੋਂ ਗੱਲ ਆਉਂਦੀ ਹੈ ਡਾਕੂਮੈਂਟੇਸ਼ਨ ਫੇਕ ਦੀ, ਹਰ ਇੱਕ ਕੰਟਰੀ ਦੇ ਵਿੱਚ ਪ੍ਰੋਬਲਮ ਆਉਂਦੀ ਹੈ। ਜਿੱਦਾਂ ਹੁਣ ਆਪਾਂ ਲਾਸਟ ਗੱਲ ਕਰੀਏ ਆਸਟ੍ਰੇਲੀਆ ਦੀ, ਆਸਟ੍ਰੇਲੀਆ ਨੇ ਵੀ ਥੋੜੇ ਜਿਹੇ ਰੂਲ ਨੂੰ ਅਪਡੇਟ ਕੀਤਾ ਔਰ ਕਈ ਸਟੂਡੈਂਟਸ ਵੀ ਸੀਗੇ ਜਿਹੜੇ ਫੇਕ ਡਾਕੂਮੈਂਟੇਸ਼ਨ ਕਰਕੇ ਆਸਟ੍ਰੇਲੀਆ ਪਹੁੰਚੇ ਸੀਗੇ, ਦੈਨ ਉੱਥੋਂ ਡਿਪੋਰਟ ਹੋਏ ਆ ਸਟੂਡੈਂਟ। ਉਹ ਕਾਰਨ ਮੇਜਰ ਰਹਿੰਦਾ ਹੈ। ਸਟੂਡੈਂਟ ਵੀ ਉਸ ਚੀਜ਼ ਦੇ ਉੱਤੇ ਅਵੇਅਰ ਹੁੰਦੇ ਆ ਕਿ ਠੀਕ ਹੈ ਮੈਨੂੰ ਆਹ ਚੀਜ਼, ਕੋਈ ਪਾਰਟਿਕੂਲਰ ਏਜੰਟ ਹੈ ਜਿਹਨੇ ਮਨਾ ਕਰਤਾ ਤੁਹਾਡੀ ਐਪਲੀਕੇਸ਼ਨ ਨਹੀਂ ਹੋਣੀ, ਦੂਜੇ ਏਜੰਟ ਕੋ ਜਾਊਗਾ, ਦੂਜਾ ਏਜੰਟ ਕਹਿੰਦਾ ਭਾਈ ਆਹ ਚੀਜ਼ ਤੇ ਡਿਗਰੀ ਡਿਪਲੋਮਾ ਫੰਡ ਕਰਾ ਕੇ ਮੈਂ ਤੇਰੀ ਐਪਲੀਕੇਸ਼ਨ ਨੂੰ ਪ੍ਰੋਸੈਸ ਕਰ ਦੂੰਗਾ। ਕਿਤੇ ਨਾ ਕਿਤੇ ਸਟੂਡੈਂਟ ਜੇ ਵੀਜ਼ਾ ਲੈ ਵੀ ਲੈਂਦਾ, ਪਹਿਲੀ ਗੱਲ ਤਾਂ ਵੀਜ਼ਾ ਨਹੀਂ ਆਉਂਦਾ, ਜੇ ਆ ਵੀ ਜਾਂਦਾ ਹੈ ਦੈਨ ਗਵਰਨਮੈਂਟ ਇੰਨੀ ਕੁ ਸੈਣੀ ਹੈ, ਉਹਨਾਂ ਨੂੰ ਪਤਾ ਹੈ। ਲਾਸਟ ਅਰਾਊਂਡ ਮੋਰ ਦੈਨ 40 ਬੱਚੇ ਜਿਹੜੇ ਆ ਵਾਪਸ ਆਏ ਆ, ਹਰਿਆਣਾ ਨੂੰ ਲੈ ਕੇ ਵੀ ਇਸੇ ਚੀਜ਼ ਉੱਤੇ ਪ੍ਰੋਬਲਮ ਆਈ ਸੀਗੀ। ਦੈਨ ਉਹੀ ਚੀਜ਼ ਹੋ ਜਾਂਦੀ ਨਾ ਕਿ ਮੇਨ ਡਾਕੂਮੈਂਟੇਸ਼ਨ ਤੁਸੀਂ ਕਿੱਦਾਂ ਰਿਪਰੈਜ਼ੈਂਟ ਕਰਦੇ ਹੋ। ਤੇ ਇਹੀ ਸਲਾਹ ਮੈਂ ਸਾਰਿਆਂ ਨੂੰ ਦਊਂਗਾ ਕਿ ਜੈਨੂਇਨ ਜੋ ਚੀਜ਼ ਹੈਗੀ ਹੈ ਆਪਣਾ ਐਲੀਜੀਬਿਲਟੀ ਕ੍ਰਾਈਟੇਰੀਆ ਦੇਖੋ, ਉਹਦੇ ਅਕੋਰਡਿੰਗਲੀ ਅਪਲਾਈ ਕਰੋ। ਇਹਦੇ ਨਾਲੋਂ ਕਿ ਫੇਕ ਡਾਕੂਮੈਂਟੇਸ਼ਨ ਅਗਰ ਤੁਸੀਂ ਲਗਾਉਂਦੇ ਹੋ, ਫੋਰ ਐਗਜ਼ਾਮਪਲ ਕਿਸੇ ਦਾ ਵੀਜ਼ਾ ਵੀ ਗ੍ਰਾਂਟ ਹੋਇਆ ਜਾਂ ਫਿਰ ਉਦਾਂ ਵੀ ਆਫਰ ਲੈਟਰ ਆ ਚੁੱਕੀ ਹੋਈ ਹੈ, ਫੀਸਿਸ ਟ੍ਰਾਂਸਫਰ ਹੋ ਗਈਆਂ, ਫੇਕ ਡਾਕੂਮੈਂਟ ਤੇ ਫੀਸ ਵਾਪਸ ਨਹੀਂ ਆਏਗੀ। 8-9 ਲੱਖ ਰੁਪਏ ਸਟੂਡੈਂਟ ਦਾ ਉਹ ਖਰਾਬ ਹੋਣਾ ਜੀ। ਬਿਲਕੁਲ ਸਹੀ ਕਿਹਾ ਤੁਸੀਂ, ਕਿਉਂਕਿ ਅਗਰ ਅਸੀਂ ਥੋੜਾ ਪਿੱਛੇ ਦੀ ਗੱਲ ਕਰੀਏ ਤਾਂ ਕੁਝ ਖਬਰਾਂ ਆ ਰਹੀਆਂ ਸੀ ਕਿ ਕੁਝ ਕਾਲਜਸ ਵੀ ਬੈਨ ਹੋ ਗਏ ਸੀ ਜੋ ਕੈਨੇਡਾ ਦੇ ਵਿੱਚ। ਉਸ ਤੋਂ ਬਾਅਦ ਤੋਂ ਸਟੂਡੈਂਟਸ ਜਾਂ ਉਹਦੇ ਪੇਰੈਂਟਸ ਹੀ ਉਹਨਾਂ ਦੀ ਗੱਲ ਕਰ ਲਈ, ਉਹਨਾਂ ਦੇ ਮਨ ਵਿੱਚ ਹਮੇਸ਼ਾ ਡਾਊਟ ਰਹਿੰਦਾ ਕਿ ਕਿਸ ਤਰ੍ਹਾਂ ਦੇ ਕਾਲਜ ਡਰ ਸੀਗਾ ਉਹ ਚੀਜ਼ ਨੂੰ ਲੈ ਕੇ ਕਿ ਜਦੋਂ 3 ਕਾਲਜਸ ਸੀਗੇ ਮੇਜਰਲੀ ਉਹਨਾਂ ਦੇ ਵਿੱਚ ਪ੍ਰੋਬਲਮ ਆਈ ਇਸ ਚੀਜ਼ ਨੂੰ ਲੈ ਕੇ ਕਿ ਫੀਸਿਸ ਨੂੰ ਲੈ ਕੇ ਥੋੜਾ ਜਿਹਾ ਇਸ਼ੂ ਰਿਹਾ। ਦੈਨ ਕੈਨੇਡਾ ਦੇ ਵਿੱਚ ਕਈ ਕਾਲਜਸ ਸਾਡੇ ਕੋਲ ਅਵੇਲੇਬਲ ਹੈਗੇ ਆ ਜਿਹਦੇ ਵਿੱਚ ਸਟੂਡੈਂਟ ਨੂੰ ਕਿਤੇ ਨਾ ਕਿਤੇ ਰਿਲੈਕਸੇਸ਼ਨ ਮਿਲਦੀ ਹੈ, ਸਟੂਡੈਂਟ ਨੂੰ ਡਰ ਰਹਿੰਦਾ। ਅਗਰ ਲਾਸਟ ਆਪਾਂ ਪਿਛਲੇ ਸਾਲ ਦੀ ਵੀ ਗੱਲ ਕਰਾਂਗਾ, ਮੌਂਟਰੀਅਲ ਦੇ ਵਿੱਚ ਸਾਲ ਲੱਗ ਗਿਆ, ਮੋਰ ਦੈਨ 1 ਈਅਰ ਐਪਲੀਕੇਸ਼ਨਸ ਵੀ ਹੋਈਆਂ, ਰਿਜ਼ਲਟ ਲੇਟ ਆਏ, ਕਈਆਂ ਦੀ ਫੀਸਾਂ ਕਾਫੀ ਦੇਰ ਬਾਅਦ ਰਿਫੰਡ ਹੋਈਆਂ, ਕਈਆਂ ਦੀ ਫੀਸਾਂ ਹੁਣ ਇਹ 3 ਕਾਲਜਸ ਦੇ ਵਿੱਚ ਵਾਪਸ ਨਹੀਂ ਆਈਆਂ। ਦੈਨ ਉੱਤੇ ਪ੍ਰੋਬਲਮ ਆਉਂਦੀ ਹੈ ਉਸ ਚੀਜ਼ ਨੂੰ ਲੈ ਕੇ। ਤੇ ਉਸ ਚੀਜ਼ ਦੇ ਵਿੱਚ ਕੀ ਮੇਰੇ ਕੋਲ ਆਫਟਰ ਵੀਜ਼ਾ ਆਪਸ਼ਨਸ ਵੀ ਅਵੇਲੇਬਲ ਹੈਗੇ। ਹੋਮ ਗਲੋਬਲ ਦੇ ਕਿਸੇ ਵੀ ਆਫਿਸ ਤੇ ਵਿਜ਼ਿਟ ਕਰ ਸਕਦੇ ਹੋ। ਕੈਨੇਡਾ ਦੇ ਵਿੱਚ ਆਫਟਰ ਵੀਜ਼ਾ ਆਪਸ਼ਨਸ ਡੈਫੀਨਿਟਲੀ ਦੇ ਸਕਦੇ ਆ। ਕਿਤੇ ਨਾ ਕਿਤੇ ਸਟੂਡੈਂਟ ਵੀ ਨਾ ਉਸ ਚੀਜ਼ ਨੂੰ ਲੈ ਕੇ ਥੋੜਾ ਜਿਹਾ ਕੰਫਰਟ ਜ਼ੋਨ ਦੇ ਵਿੱਚ ਰਹਿੰਦਾ ਕਿ ਠੀਕ ਹੈ ਮੇਰਾ ਵੀਜ਼ਾ ਗ੍ਰਾਂਟ ਹੋਊਗਾ, ਦੈਨ ਮੈਂ ਆਪਣੀ ਫੀਸ ਦੇਣੀ ਹੈ। ਉਸ ਚੀਜ਼ ਦੇ ਵਿੱਚ ਸਟੂਡੈਂਟ ਨੂੰ ਬੈਨੀਫਿਟ ਹੈ ਜੀ। ਜੀ ਬਿਲਕੁਲ। ਸੋ ਤੁਸੀਂ ਕੋਈ ਵੀ ਜਾਣਕਾਰੀ, ਤੁਹਾਡੇ ਮਨ ਵਿੱਚ ਕੋਈ ਸਵਾਲ ਹੋਵੇ, ਤੁਸੀਂ ਜ਼ਰੂਰ ਉਹ ਸਵਾਲ ਨੂੰ ਆਪਣੇ ਮਨ ਵਿੱਚ ਨਾ ਰੱਖਦੇ ਹੋਏ ਜੋ ਨੰਬਰ ਦਿੱਤਾ ਹੋਇਆ ਡਿਸਪਲੇ ਕੀਤਾ ਹੋਇਆ ਸਕਰੀਨ ਦੇ ਉੱਪਰ, ਇਸ ਉੱਪਰ ਕਾਲ ਕਰਕੇ ਜ਼ਰੂਰ ਇਸ ਸਵਾਲ ਨੂੰ ਕਲੀਅਰ ਕਰ ਲਓ, ਕਿਉਂਕਿ ਮੈਂ ਆਪਣੇ ਵੱਲੋਂ ਪੂਰੀ ਕੋਸ਼ਿਸ਼ ਕਰਦੀ ਹਾਂ ਕਿ
ਹਰ ਇੱਕ ਚੀਜ਼ ਜਾਣਨ ਦੀ ਕੋਸ਼ਿਸ਼ ਕਰਾਂ, ਪਰ ਕੋਈ ਸਵਾਲ ਮੇਰੇ ਤੋਂ ਵੀ ਰਹਿ ਜਾਏ ਤਾਂ ਤੁਸੀਂ ਜ਼ਰੂਰ ਉਹ ਕਲੀਅਰ ਕਰ ਲੈਣਾ ਨੰਬਰ ਦੇ ਉੱਪਰ ਕਾਲ ਕਰਕੇ ਜੀ। ਕੈਨੇਡਾ ਦੀ ਹੀ ਗੱਲ ਆਪਾਂ ਕਰ ਰਹੇ ਹਾਂ ਤੇ SDS ਤੇ ਨਾਨ SDS ਦੀ ਗੱਲ ਆ ਜਾਂਦੀ ਹੈ। ਦੋ ਕੈਟਾਗਰੀਜ਼ ਵਿੱਚ ਵੰਡਿਆ ਜਾਂਦਾ ਸਟੂਡੈਂਟਸ ਨੂੰ। ਤਾਂ ਨਾਨ SDS ਦੀ ਸਭ ਤੋਂ ਪਹਿਲਾਂ ਗੱਲ ਕਰ ਲਈਏ ਕਿ ਸਟੂਡੈਂਟਸ ਕੀ ਨਾਨ SDS ਵਾਲੇ ਅਪਲਾਈ ਕਰਨ ਕੈਨੇਡਾ, ਜਾਂ ਫਿਰ ਉਸ ਤਰ੍ਹਾਂ ਦੀ ਪ੍ਰੋਫਾਈਲ ਨੂੰ ਆਸਟ੍ਰੇਲੀਆ ਅਪਲਾਈ ਕਰ ਲੈਣਾ ਚਾਹੀਦਾ? ਦੇਖੋ, ਡਸਨਟ ਮੈਟਰ ਕਿ ਉਹ ਚੀਜ਼ ਦੇ ਵਿੱਚ SDS ਹੈ ਜਾਂ ਨਾਨ SDS ਹੈ, ਐਪਲੀਕੇਸ਼ਨ ਜਿਹੜੀ ਹੈ ਐਲੀਜੀਬਿਲਟੀ ਕ੍ਰਾਈਟੇਰੀਆ ਜਿਹੜਾ ਮੀਟ ਕਰਦੀ ਹੈ ਉਹ ਐਪਲੀਕੈਂਟਸ ਅਪਲਾਈ ਕਰ ਸਕਦੇ ਆ। ਉਹਦੇ ਵਿੱਚ ਕੋਈ ਜ਼ਿਆਦਾ ਵੱਡਾ ਰੋਲ ਨਹੀਂ ਹੈ। ਬਹੁਤ ਜ਼ਿਆਦਾ ਜਿਹਨੂੰ ਕਹੀਏ ਸਕਸੈਸ ਰੇਟ ਦਾ ਫਰਕ ਹੈ ਕਿ SDS 'ਚ ਅਗਰ 90% ਹੈ, ਨਾਨ SDS 'ਚ 10% ਹੈ, ਇਦਾਂ ਦਾ ਕੁਝ ਵੀ ਨਹੀਂ ਹੈਗਾ, ਜ਼ਿਆਦਾ ਫਰਕ ਨਹੀਂ ਉਹਦੇ 'ਚ ਹੈਗਾ। ਐਪਲੀਕੇਸ਼ਨ ਐਲੀਜੀਬਲ ਚਾਹੀਦੀ ਹੈ, ਕ੍ਰਾਈਟੇਰੀਆ ਨੂੰ ਮੀਟ ਕਰਨ। ਹੁਣ ਗੱਲ ਉਹੀ ਆਉਂਦੀ ਕਿ 5.5 ਬੈਂਡ ਵਾਲੇ ਨੂੰ ਕਿਤੇ ਨਾ ਕਿਤੇ ਕਾਰੋਬਾਰ ਹੈ ਕਿਸੇ ਦਾ, ਹਨਾ, ਕੋਈ ਕਹਿ ਵੀ ਦਿੰਦੇ ਅਪਲਾਈ ਕਰ ਸਕਦੇ ਹੋ, ਨਾਨ SDS ਤੇ ਅਪਲਾਈ ਕਰ ਲਓ, ਵੀਜ਼ਾ ਗ੍ਰਾਂਟ ਹੋ ਜਾਊਗਾ, ਉਹਨਾਂ ਦਾ ਨਹੀਂ ਗ੍ਰਾਂਟ ਹੋਣਾ ਜੀ। ਚਲੋ ਆਪਾਂ ਆਪਣੀ ਗੱਲਬਾਤ ਕੰਟੀਨਿਊ ਰੱਖਦੇ ਹਾਂ। ਅਗਲੇ ਕਾਲਰ ਸਾਡੇ ਨਾਲ ਲਾਈਨ ਤੇ ਨੇ। ਹੈਲੋ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਕੀ ਨਾਮ ਹੈ, ਕਿਹੜੀ ਜਗ੍ਹਾ ਤੋਂ ਬੋਲ ਰਹੇ ਹੋ? ਤਰਨ ਗੱਲ ਕਰਦਾ ਪਿਆ ਜੀ, ਫਿਰੋਜ਼ਪੁਰ ਤੋਂ। ਹਾਂਜੀ, ਕੀ ਸਵਾਲ ਹੈ ਜੀ ਤੁਹਾਡਾ? ਮੈਡਮ ਕੈਨੇਡਾ ਦੀ ਅਪਲਾਈ ਕਰਨਾ ਸੀਗਾ ਜੀ। ਓਕੇ, ਪ੍ਰੋਫਾਈਲ ਦੱਸ ਦਿਓ ਆਪਣੀ। ਮੈਂ ਕਮਰਸ ਕੀਤੀ ਹੈ 12ਵੀਂ। ਓਕੇ, +2 ਕਮਰਸ ਕਿਹੜੇ ਈਅਰ ਵਿੱਚ ਕੀਤੀ ਹੈ? 2020 ਚ ਕੀਤੀ ਹੈ ਜੀ। 21 ਵਿੱਚ। ਕਿੰਨੀ ਪਰਸੈਂਟੇਜ ਹੈ? ਮੇਰੇ 78 ਹੈ ਜੀ। ਓਕੇ, ਠੀਕ ਹੈ। ਆਇਲਸ? ਆਇਲਸ ਵਿੱਚ ਮੈਡਮ 6 ਈਚ ਬੈਂਡ ਹੈ ਮੇਰੇ, ਸਾਰਿਆਂ ਚੋਂ 6 ਹੈ। ਓਕੇ, ਠੀਕ ਹੈ ਜੀ। ਮੇਨਲੀ ਤੁਸੀਂ ਕੈਨੇਡਾ ਜਾਣਾ ਚਾਹੁੰਦੇ ਹੋ, ਕਾਮਰਸ ਸਟੂਡੈਂਟ ਹੋ, ਪਰਸੈਂਟੇਜ ਵੀ ਤੁਹਾਡੀ ਚੰਗੀ ਹੈ, 6 ਐਂਡ ਈਚ ਸਕੋਰ ਹੈ, ਜਿਹਦੀ ਮੈਂ ਆਲਰੇਡੀ ਗੱਲ ਕਰ ਰਿਹਾ ਸੀਗਾ ਪਹਿਲਾਂ ਵੀ, ਆਪਾਂ ਅਗਰ ਕੰਪੈਰੀਟਿਵ ਦੇਖ ਰਹੇ ਸੀਗੇ SDS ਨਾਨ SDS ਦਾ ਜੀ। ਡੈਫੀਨਿਟਲੀ ਇਦਾਂ ਦੀਆਂ ਹੀ ਐਪਲੀਕੇਸ਼ਨਸ ਆ ਜੀ ਜਿਨ੍ਹਾਂ ਦੇ ਵੀਜ਼ਾਸ ਗ੍ਰਾਂਟ ਹੁੰਦੇ ਆ। ਤੇ ਹੱਥ ਜੋੜ ਕੇ ਬੇਨਤੀ ਹੈ ਸਾਰੇ ਸਟੂਡੈਂਟਸ ਨੂੰ ਜਿਨ੍ਹਾਂ ਦੇ ਬੈਂਡ ਸਕੋਰ ਘੱਟ ਹੈ, ਇੱਕ ਮੋਡਿਊਲ ਦੇ ਵਿੱਚ 5 ਜਾਂ 5.5 ਬੈਂਡ ਹੈ, ਕੈਨੇਡਾ ਲਈ ਨਾ ਅਪਲਾਈ ਕਰੋ। ਇਸ ਤੋਂ ਅਲਟਰਨੇਟ ਅਗਰ ਆਪਾਂ ਗੱਲ ਕਰਦੇ ਹਾਂ, ਆਸਟ੍ਰੇਲੀਆ 'ਚ ਅਪਲਾਈ ਕਰ ਸਕਦੇ ਹੋ, UK 'ਚ ਅਪਲਾਈ ਕਰ ਸਕਦੇ ਹੋ, USA 'ਚ ਅਪਲਾਈ ਕਰ ਸਕਦੇ ਹੋ। 6 ਈਚ ਵਾਲਾ ਬੱਚਾ ਹੀ ਕੈਨੇਡਾ ਲਈ ਅਪਲਾਈ ਕਰੇ, ਅਦਰਵਾਈਜ਼ ਬਾਕੀ ਬੱਚੇ ਨਾ ਕਰਨ। ਬਹੁਤ ਵੱਡਾ ਕਾਰਨ ਰਹੂਗਾ ਤੇ ਬੜੇ ਵੱਡੇ ਫੈਕਟਰ ਦੇ ਨਾਲ ਰਿਫਿਊਜ਼ਲ ਆਣੀ ਹੈ ਜੀ ਇਸ ਵਾਰ ਅਗਰ ਆਪਾਂ ਗੱਲ ਕਰਦੇ ਹਾਂ। ਜੀ 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 ਬਿਲਕੁਲ। ਸੋ ਅਵੇਅਰ ਕਰਨਾ, ਤੁਹਾਨੂੰ ਜਾਗਰੂਕ ਕਰਨਾ ਸਾਡੇ ਸ਼ੋਅ ਦਾ ਮਕਸਦ ਹੈ। ਸੋ ਇਸ ਤਰ੍ਹਾਂ ਦੀ ਅਸੀਂ ਐਕਚੁਅਲੀ ਦੇਖਦੇ ਹਾਂ ਬਹੁਤ ਸਾਰੀ ਪ੍ਰੋਫਾਈਲਸ ਹੁੰਦੀਆਂ ਨੇ ਕਿ ਓਵਰਆਲ ਭਾਵੇਂ 6 ਨੇ, ਇੱਕ ਪ੍ਰੋਫਾਈਲ 'ਚ 5.5 ਜਾਂ 5 ਰਹਿ ਜਾਂਦੇ ਨੇ। ਸੋ ਵਾਕਈ ਉਹਨਾਂ ਪ੍ਰੋਫਾਈਲਸ ਨੂੰ, ਉਹਨਾਂ ਸਟੂਡੈਂਟਸ ਨੂੰ ਬਹੁਤ ਧਿਆਨ ਦੇਣ ਦੀ ਜ਼ਰੂਰਤ ਹੈ। ਜਾਂ ਤਾਂ ਤੁਸੀਂ ਆਪਣਾ ਆਇਲਸ ਸਕੋਰ ਜੋ ਹੈ ਸਹੀ ਕਰ ਲਓ, ਓਵਰਆਲ 6 ਈਚ ਕਰ ਲਓ, ਜਾਂ ਫਿਰ ਤੁਸੀਂ ਘੱਟ ਸਕੋਰ ਦੇ ਨਾਲ 5.5 ਇੱਕ ਵਿੱਚ ਹੈ ਤਾਂ ਆਸਟ੍ਰੇਲੀਆ ਲਈ ਅਪਲਾਈ ਕਰ ਲਓ, ਤਾਂ ਬੈਸਟ ਆਪਸ਼ਨ ਜ਼ਰੂਰ ਰਹੇਗੀ ਤੁਹਾਡੇ ਲਈ। ਕੈਨੇਡਾ ਲਈ ਕੋਈ ਹੋਰ ਖਾਸ ਪੁਆਇੰਟ ਮੈਂ ਤੁਹਾਡੇ ਤੋਂ ਜ਼ਰੂਰ ਜਾਣਨਾ ਚਾਹਾਂਗੀ ਕਿ ਚਲੋ SDS ਵਾਲੇ ਅਗਰ ਅਪਲਾਈ ਕਰਦੇ ਆਪਾਂ, ਉਹਨਾਂ ਦਾ ਸਕਸੈਸ ਰੇਟ ਕਿਤੇ ਨਾ ਕਿਤੇ ਵਧੀਆ ਮੰਨ ਰਹੇ SDS ਦਾ, ਤਾਂ ਉਹਨਾਂ ਨੂੰ ਵੀ ਕਿਸੇ ਨਾ ਕਿਸੇ ਚੀਜ਼ ਵੱਲ ਧਿਆਨ, ਕਿਸੇ ਫੋਕਸ ਜ਼ਿਆਦਾ ਰੱਖਣਾ ਚਾਹੀਦਾ ਤਾਂ ਕਿ ਬਹੁਤ ਵਧੀਆ ਪ੍ਰੋਫਾਈਲ ਹੋਣ ਦੇ ਬਾਵਜੂਦ ਰਿਫਿਊਜ਼ਲ ਨਾ ਫੇਸ ਕਰਨੀ ਪਵੇ। ਦੇਖੋ, ਇਸ ਚੀਜ਼ ਦੇ ਵਿੱਚ ਹੈ ਨਾ, ਕਾਫੀ ਮੇਰੇ ਕੋਲ ਆਉਂਦੇ ਆ ਸਟੂਡੈਂਟਸ। ਲਾਸਟ ਵੀਕ ਇੱਕ ਸਟੂਡੈਂਟ ਮਿਲ ਕੇ ਗਿਆ ਜੀ, ਚੰਗੀ ਪਰਸੈਂਟੇਜ ਸੀਗੀ, ਕਾਮਰਸ ਵਾਲਾ ਬੱਚਾ ਸੀਗਾ ਜੀ, ਪਰਸੈਂਟੇਜ ਵੀ ਬਹੁਤ ਸੋਹਣੀ, ਮੋਰ ਦੈਨ 80% ਸਕੋਰ ਸੀਗਾ, 6.5 ਬੈਂਡ ਸੀਗੇ ਉਹਦੇ। ਬਟ ਕਿਤੇ ਨਾ ਕਿਤੇ ਕੋਰਸ ਰੈਲੀਵੈਂਸੀ ਜਿਹੜੀ ਹੈ, ਹੁਣੇ ਮੈਂ ਉਹੀ ਇਨਫੋਰਮੇਟਿਵ ਸੈਕਸ਼ਨ ਦੇ ਉੱਪਰ ਹੀ ਗੱਲ ਕਰ ਰਿਹਾ ਸੀਗਾ, ਕੋਰਸ ਰੈਲੀਵੈਂਸੀ ਵੀ ਬਹੁਤ ਵੱਡਾ ਰੋਲ ਅਦਾ ਕਰਦੀ ਹੈ ਕੈਨੇਡਾ ਦੇ ਵਿੱਚ। ਕੈਨੇਡਾ ਦੀ ਐਪਲੀਕੇਸ਼ਨ ਦੇ ਵਿੱਚ ਰੈਲੀਵੈਂਸੀ ਹੋਏਗੀ ਤਾਂ ਵੀਜ਼ਾ ਮਿਲਦਾ, ਉਹਦਾ ਵੀਜ਼ਾ ਨਹੀਂ ਮਿਲਦਾ। ਜੋ ਤੁਹਾਡੀ ਪੜ੍ਹਾਈ, ਜੋ ਤੁਸੀਂ ਕਰ ਚੁੱਕੇ ਹੋ ਉਹਦੇ ਰੈਲੀਵੈਂਟ, ਜੋ ਇੱਥੇ ਇੰਡੀਆ ਦੇ ਵਿੱਚ ਤੁਸੀਂ ਪੜ੍ਹਿਆ ਔਰ ਕੈਨੇਡਾ 'ਚ ਕੀ ਪੜ੍ਹਨਾ ਚਾਹੁੰਦੇ ਹੋ, ਬਹੁਤ ਜ਼ਿਆਦਾ ਜ਼ਰੂਰੀ ਹੈ। ਰੈਲੀਵੈਂਸੀ ਦੇ ਉੱਪਰ ਕਾਫੀ ਵੱਡੀ ਰਿਫਿਊਜ਼ਲ ਰੇਟ ਦੇਖਣ 'ਚ ਮਿਲਦਾ ਪਿਆ ਕਿ ਕਈ ਏਜੰਟਸ ਇੱਦਾਂ ਦੇ ਹੈ ਕਿ ਪ੍ਰੋਗਰਾਮ ਰੈਲੀਵੈਂਟ ਨਹੀਂ ਲੈ ਕੇ ਦਿੰਦੇ, ਦੇਖਦੇ 2-4 ਕਾਲਜਿਸ ਹੈਗੇ ਜਿਸ 'ਚ ਮੇਰਾ ਟਾਈ-ਅਪ ਹੈਗਾ, ਉਹਦੇ 'ਚ ਮੈਂ ਐਪਲੀਕੇਸ਼ਨ ਨੂੰ ਪ੍ਰੋਸੈਸ ਕਰਾਦਾ, ਕੋਰਸ ਮਿਲ ਗਿਆ ਠੀਕ ਹੈ, ਨਹੀਂ ਮਿਲਿਆ ਤਾਂ ਵੀ ਠੀਕ ਹੈ। ਉਹ ਐਪਲੀਕੇਸ਼ਨਸ ਦੇ ਵਿੱਚ ਦੇਖਣ ਦੀ ਬਹੁਤ ਜ਼ਿਆਦਾ ਜ਼ਰੂਰਤ ਹੈਗੀ ਹੈ। ਇਸੇ ਕਰਕੇ ਅਸੀਂ ਸੈਮੀਨਾਰਸ ਅਰੇਂਜ ਕੀਤੇ ਆ ਜੋ ਕਿ ਸਾਡੇ 15 ਤਰੀਕ ਤੋਂ ਲੈ ਕੇ 18 ਤਰੀਕ ਤੱਕ ਓਮ ਗਲੋਬਲ ਦੇ ਆਫਿਸਿਸ ਦੇ ਵਿੱਚ ਹੋ ਰਹੇ ਆ। ਤੁਸੀਂ ਆਪਣਾ ਸੈਮੀਨਾਰ ਦੇ ਵਿੱਚ ਹਿੱਸਾ ਬਣ ਸਕਦੇ ਹੋ, ਆਪਣੇ ਡਾਕੂਮੈਂਟਸ ਲੈ ਕੇ ਆਓ, ਪੇਰੈਂਟਸ ਨੂੰ ਨਾਲ ਲੈ ਕੇ ਆਓ, ਮੌਕੇ ਤੇ ਫਾਈਲ ਦੀ ਅਸੈਸਮੈਂਟ ਕਰਾਓ, ਆਪਣੇ ਲਈ ਸਹੀ ਕਾਲਜ, ਸਹੀ ਕੋਰਸ, ਸਹੀ ਪ੍ਰੋਗਰਾਮ ਤੁਸੀਂ ਚੁਣ ਸਕਦੇ ਹੋ। ਉਹਦੀ ਅਸੈਸਮੈਂਟ ਦੇ ਨਾਲ ਤੁਸੀਂ ਇੱਕ ਚੰਗਾ ਵੀਜ਼ਾ ਸਕਸੈਸ ਰੇਟ ਦਾ ਰਿਜ਼ਲਟ ਲੈ ਸਕਦੇ ਹੋ। ਜੀ 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 ਬਿਲਕੁਲ। ਸੋ ਸਾਡੇ ਕੋਲ ਕਾਲਸ ਕਈ ਆ ਰਹੀਆਂ ਸੀ, ਕਈ ਦਰਸ਼ਕ ਸਾਡੇ ਨਾਲ ਜੁੜ ਰਹੇ ਸੀ, ਅਸੀਂ ਉਹਨਾਂ ਤੋਂ ਮਾਫੀ ਚਾਹਾਂਗੇ ਕਿ ਜਿਨ੍ਹਾਂ ਦੀ ਕਾਲਸ ਅਸੀਂ ਜੋ ਹੈ ਰਿਸੀਵ ਨਹੀਂ ਕਰ ਸਕੇ, ਕਿਉਂਕਿ ਬਹੁਤ ਸਾਰੇ ਖਾਸ ਪੁਆਇੰਟਸ ਹੁੰਦੇ ਨੇ ਜੋ ਤੁਹਾਡੇ ਤੱਕ ਪਹੁੰਚਾਣੇ ਹੁੰਦੇ ਨੇ। ਸੋ ਡਿਸਕਸ਼ਨ ਦੇ ਵਿੱਚ ਕਈ ਵਾਰੀ ਰੋਕਣਾ ਜੋ ਹੈ ਚੰਗਾ ਨਹੀਂ ਲੱਗਦਾ, ਤਾਂ ਕਿ ਜੋ ਹੈ ਜਾਣਕਾਰੀ ਕਿਤੇ ਅੱਧ ਅਧੂਰੀ ਤੁਹਾਡੇ ਤੱਕ ਨਾ ਪਹੁੰਚੇ, ਪੂਰੀ ਜਾਣਕਾਰੀ ਤੁਹਾਡੇ ਤੱਕ ਪਹੁੰਚੇ। ਇਹੀ ਸਾਡੇ ਇਸ ਸ਼ੋਅ ਦਾ ਮਕਸਦ ਹੁੰਦਾ ਤੇ ਵਾਕਈ ਚੰਗਾ ਲੱਗਦਾ ਹੈ ਜਦੋਂ ਤੁਹਾਡਾ ਵੀ ਵਧੀਆ ਰਿਸਪੌਂਸ ਸਾਡੇ ਸ਼ੋਅ ਨੂੰ ਮਿਲਦਾ, ਤੁਹਾਡੇ ਸਵਾਲ ਸਾਡੇ ਤੱਕ ਪਹੁੰਚਦੇ ਨੇ ਤੇ ਅਸੀਂ ਉਮੀਦ ਕਰਦੇ ਹਮੇਸ਼ਾ ਕਿ ਤੁਹਾਡੀਆਂ ਉਮੀਦਾਂ ਤੇ ਅਸੀਂ ਵੀ ਖਰੇ ਉਤਰੀਏ, ਸਹੀ ਜਾਣਕਾਰੀ ਲੈ ਕੇ ਹਮੇਸ਼ਾ ਹਾਜ਼ਰ ਹੁੰਦੇ ਰਹੀਏ। ਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਕਿ ਤੁਸੀਂ ਸਾਡੇ ਸ਼ੋਅ ਵਿੱਚ ਆ ਕੇ ਖਾਸ ਗੱਲਾਂ, ਖਾਸ ਜਾਣਕਾਰੀ ਸਾਡੇ ਦਰਸ਼ਕਾਂ ਨਾਲ ਸਾਂਝੀ ਕੀਤੀ ਹੈ। ਤੇ 15 ਅਪ੍ਰੈਲ ਤੋਂ 18 ਅਪ੍ਰੈਲ ਤੱਕ ਤੁਹਾਡੇ ਸੈਮੀਨਾਰਸ ਨੇ, ਤੁਸੀਂ ਵੀ ਜ਼ਰੂਰ ਹਿੱਸਾ ਬਣ ਕੇ ਜੋ ਹੈ ਸਾਰੀ ਜਾਣਕਾਰੀ ਫੇਸ ਟੂ ਫੇਸ ਔਨ ਟੇਬਲ ਲੈ ਸਕਦੇ ਹੋ। ਬਹੁਤ ਬਹੁਤ ਧੰਨਵਾਦ ਜੀ ਸਾਰੀ ਡਿਸਕਸ਼ਨ ਦੇ ਲਈ, ਜਾਣਕਾਰੀ ਲਈ। ਤੇ ਇਸ ਦੇ ਨਾਲ ਹੀ ਮੈਨੂੰ ਯਾਨੀ ਕਿ ਹਰਜੋਤ ਕੌਰ ਨੂੰ ਵੀ ਦਿਓ ਇਜਾਜ਼ਤ। ਧੰਨਵਾਦ।